ਇਹ ਸ਼ਖਸ ਜੋ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਸ਼ੂਗਰ ਦੇ ਪੇਸ਼ੈਂਟ ਨੇ। ਸ਼ੂਗਰ ਦੇ ਪੇਸ਼ੈਂਟ ਹੋਣ ਦੇ ਬਾਵਜੂਦ ਅੱਜ ਕੱਲ ਇਲਾਜ ਕਰਵਾਉਣ ਦੇ ਨਾਲ ਇਹ ਠੰਡਾ ਵੀ ਪੀ ਰਹੇ ਨੇ, ਬਰਫੀ ਵੀ ਖਾ ਰਹੇ ਨੇ, ਰਸਗੁੱਲੇ ਵੀ ਇਹਨਾਂ ਦੀ ਪਲੇਟ ਦੇ ਮੂਹਰੇ ਨਜ਼ਰ ਆ ਰਹੇ ਨੇ। ਡਾਕਟਰ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਸ਼ੂਗਰ ਵਾਲੇ ਜਿਹੜੇ ਰੋਗੀ ਨੇ ਤੁਹਾਡੇ ਸਾਹਮਣੇ ਬੈਠ ਕੇ ਰਸਗੁੱਲੇ, ਬਰਫੀ, ਠੰਡੇ ਖਾਈ ਪੀ ਜਾ ਰਹੇ ਨੇ, ਇਸ ਤਰ੍ਹਾਂ ਖਾਦਾ ਪੀਤਾ ਜਾ ਸਕਦਾ? देखो अजकल नॉर्मल ये चीज़ चल रही है जी। गुलाब जामुना, बर्फी ਜਾਂ ਹੋਰ ਜਿਹੜੀਆਂ ਚੀਜ਼ਾਂ ਸ਼ੂਗਰ ਵਧਾਉਣ ਵਾਲੀਆਂ ਨਾਰਮਲ ਖਾ ਰਹੇ ਆ। ਠੰਡੇ ਪੀਂਦੇ ਆ, ਉਹ ਠੰਡਾ ਗਰਮ ਹੋਣ ਤੋਂ ਬਾਅਦ ਉਹਦੇ ਵਿੱਚੋਂ ਕੀ ਬਣਦਾ ਹੈ ਜਾਂ ਉਹਦਾ ਕੀ ਹੁੰਦਾ ਹੈ, ਕੀ ਨਿਕਲਦਾ ਹੈ, ਇਹ ਦੇਖੋ ਅੱਜ ਲਾਈਵ ਐਕਸਪੈਰੀਮੈਂਟ ਹੈਗਾ ਜਿਹੜਾ ਗ੍ਰੇਟ ਪਾਥ ਆਯੁਰਵੇਦਾ ਫਗਵਾੜੇ ਦੇ ਵਿੱਚ ਜਿਹੜੇ ਡਾਕਟਰ ਨੇ, ਡਾਕਟਰ ਸੰਜੀਵ ਜੀ, ਉਹ ਕਰਨ ਵਾਲੇ ਨੇ। ਸ਼ੂਗਰ ਦੇ ਪੇਸ਼ੈਂਟ ਹੋਣ ਦੇ ਬਾਵਜੂਦ ਤੁਸੀਂ ਰਸਗੁੱਲੇ, ਗੁਲਾਬ ਜਾਮੁਨਾ, ਬਰਫੀ, ਠੰਡੇ ਖਾਈ ਪੀ ਜਾ ਰਹੇ ਹੋ, ਇਹ ਕੀ ਗੱਲ ਹੈ ਜੀ? ਭਾਜੀ ਗੱਲ ਇਦਾਂ ਆ ਕਿ ਆਪਾਂ ਨਾਲ ਦਵਾਈ ਖਾ ਰਹੇ ਆ, ਡੋਲੀ ਆਪਾਂ ਸਵੇਰ ਨੂੰ ਵੀ ਖਾਂਦੇ ਆ, ਸ਼ਾਮ ਨੂੰ ਵੀ ਖਾਂਦੇ ਆ। ਅੱਛਾ। ਤੇ ਹੁਣ ਤਾਂ ਆਪਾਂ ਕੁਝ ਵੀ ਖਾ ਸਕਦੇ ਆ ਨਾ। ਸ਼ੂਗਰ ਨਾਰਮਲ ਆ। ਇਲਾਜ ਕਿਸ ਗੱਲ ਦਾ ਹੁੰਦਾ ਜੀ? ਇਲਾਜ ਹੋ ਹੀ ਨਹੀਂ ਰਿਹਾ, ਉਹ ਤਾਂ ਸਿੰਪਲ ਤੁਹਾਡੀ ਜਿਹੜੀ ਗੋਲੀਆਂ ਕੀ ਕਰਦੀਆਂ ਆ, ਤੁਹਾਡਾ ਜਿਹੜਾ ਪੈਂਕਰੀਆਜ਼ ਆ, ਜਿਹੜਾ ਅਗਨਾਸ਼ਯ ਹੈਗਾ ਤੁਹਾਡਾ, ਉਸ ਅਗਨਾਸ਼ਯ ਨੂੰ ਘੁੱਟਦੀਆਂ ਆ, ਘੁੱਟ ਕੇ ਉਹਦੇ ਚ ਇਨਸੂਲਿਨ ਕੱਢ ਦਿੰਦੀਆਂ। ਜੇ ਅਸੀਂ ਖੁਦ ਪੀ ਰਹੇ ਹਾਂ ਤਾਂ ਅਸੀਂ ਜ਼ਹਿਰ ਪੀ ਰਹੇ ਹਾਂ, ਜਿਹਨੇ ਸਾਨੂੰ ਹਾਰਟ ਅਟੈਕ ਵੀ ਕਰਨਾ ਹੁੰਦਾ। ਕਿਡਨੀਆਂ ਦੇ ਵਿੱਚ ਇਹਨੇ ਜੰਮਣਾ ਹੁੰਦਾ ਤਾਂ ਕ੍ਰੀਏਟਿਨਾਈਨ ਵੱਧਦੇ ਆ। ਇਹ ਆਂਤੜੀਆਂ ਦੇ ਵਿੱਚ ਜੰਮਣਾ ਹੁੰਦਾ ਤਾਂ ਸਾਨੂੰ ਜਿਹੜੀਆਂ ਆਂਤੜੀਆਂ ਦੀ ਪ੍ਰੋਬਲਮ ਆਉਂਦੀ ਆ। ਜਾਣੀ ਇੱਕ ਆਪਾਂ ਗੱਲ ਕਹਿ ਸਕਦੇ ਹਾਂ, ਵੀਕਨੈਸ ਆਫ ਸਟਮਕ ਇਜ਼ ਸ਼ੂਗਰ। ਤੁਹਾਡੇ ਪੇਟ ਦੀ ਕਮਜ਼ੋਰੀ ਜਿਹੜੀ ਹੈਗੀ ਆ, ਤੁਹਾਡਾ ਡਾਈਜੈਸ਼ਨ, ਤੁਹਾਡਾ ਪਾਚਨ ਤੰਤਰ ਕਮਜ਼ੋਰ ਹੋ ਗਿਆ, ਤੁਹਾਨੂੰ ਸ਼ੂਗਰ ਹੋਣੀ। ਅਮਿਤਾਭ ਬੱਚਨ ਇੱਕ ਬ੍ਰਾਂਡ ਦੀ ਐਡਵਰਟੀਜ਼ਮੈਂਟ ਕਰਦਾ ਸੀਗਾ, ਔਰ ਉਹ ਐਡਵਰਟੀਜ਼ਮੈਂਟ ਉਹਨੇ ਉਦੋਂ ਕਰਨੀ ਛੱਡੀ ਜਦੋਂ ਡਾਕਟਰ ਨੇ ਕਹਿਤਾ ਵੀ ਇਹ ਬ੍ਰਾਂਡ ਪੀ ਪੀ ਕੇ ਤੇਰੀਆਂ ਅੰਤੜੀਆਂ ਖਰਾਬ ਹੋ ਗਈਆਂ, ਔਰ ਉਸ ਤੋਂ ਬਾਅਦ ਦੇ ਵਿੱਚ ਅਮਿਤਾਭ ਬੱਚਨ ਨੇ ਐਡ ਕਰਨੀ ਛੱਡ ਦਿੱਤੀ। 136 ਮਿਲੀਅਨ ਲੋਕ ਨੇ ਜਿਹੜੇ ਉਹ ਕਦੇ ਵੀ ਸ਼ੂਗਰ ਦਾ ਸ਼ਿਕਾਰ ਹੋ ਸਕਦੇ ਨੇ, ਯਾਨੀ ਕਿ ਰਾਤੋਂ ਰਾਤ ਵੀ ਸ਼ੂਗਰ ਹੋ ਸਕਦੀ ਹੈ ਕਿਸੇ ਨੂੰ। ਜੜੀ ਬੂਟੀਆਂ ਜਿਹੜੀਆਂ ਹੈਗੀਆਂ ਆ, ਉਹਦੇ ਨਾਲ ਇੱਕ ਇਹ ਦਵਾਈ ਤਿਆਰ ਕੀਤੀ ਆ। ਇਹ ਦਵਾਈ ਤੁਹਾਡੇ ਪੈਂਕਰੀਆਜ਼ ਨੂੰ ਰੀਸਟਾਰਟ ਕਰੇਗੀ, ਰੀਜਨਰੇਟ ਕਰੇਗੀ ਤੁਹਾਡੇ ਬੀਟਾ ਸੈੱਲ ਨੂੰ, ਉਹਨੂੰ ਤਾਕਤ ਦੇਏਗੀ, ਸਟਰੋਂਗ ਬਣਾਏਗੀ, ਔਰ ਉਹ ਪ੍ਰੋਡਕਸ਼ਨ ਜਿਹੜੀ ਹੈਗੀ ਆ ਇਨਸੂਲਿਨ ਦੀ ਦੁਬਾਰਾ ਹੋਣੀ ਸ਼ੁਰੂ ਹੋ ਜਾਣੀ। ਉਸ ਤੋਂ ਪਹਿਲਾਂ ਕੁਝ ਸਿੰਪਟਮ ਹੁੰਦੇ ਨੇ ਸ਼ੂਗਰ ਹੋਣ ਤੋਂ ਪਹਿਲਾਂ? ਉਹਨੂੰ ਲੋੜ ਤੋਂ ਵੱਧ ਥਕਾਵਟ ਮਹਿਸੂਸ ਹੁੰਦੀ ਆ, ਲੋੜ ਤੋਂ ਜ਼ਿਆਦਾ। ਮਾੜਾ ਜਿਹਾ ਕੰਮ ਕੀਤਾ ਥਕਾਵਟ ਆ। ਉਸ ਬੰਦੇ ਨੂੰ ਵਾਰ-ਵਾਰ ਪਿਆਸ ਲੱਗਦੀ ਹੈ, ਮੂੰਹ ਸੁੱਕਣਾ ਸ਼ੁਰੂ ਹੋ ਜਾਂਦਾ ਉਹਦਾ। ਥੋੜੇ ਚਿਰ ਬਾਅਦ ਇਦਾਂ ਹੁੰਦੀ ਵੀ ਮੈਂ ਪਾਣੀ ਪੀਵਾਂ, ਉਹਨੂੰ ਥੋੜੇ ਚਿਰ ਬਾਅਦ ਭੁੱਖ ਲੱਗਦੀ ਹੈ। ਬੰਦਾ ਬਾਰ-ਬਾਰ ਟੋਲਦਾ ਵੀ ਮੈਂ ਕੁਝ ਖਾਵਾਂ, ਖੂਹ ਪੈਣੀ ਸ਼ੁਰੂ ਹੋ ਜਾਂਦੀ ਹੈ। ਉਹ ਬੰਦਾ ਜਿਹੜਾ ਹੈਗਾ ਉਹਨੂੰ ਧੁੰਦਲਾਪਨ ਅੱਖਾਂ ਦੇ ਵਿੱਚ ਆਉਣਾ, ਮਤਲਬ ਨਜ਼ਰ ਜਿਹੜੀ ਹੈਗੀ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਹੌਲੀ-ਹੌਲੀ ਮਹਿਸੂਸ ਹੁੰਦਾ ਹੈਗਾ ਵੀ ਉਹਦੀ ਸੈਕਸੁਅਲ ਪਾਵਰ ਜਿਹੜੀ ਹੈਗੀ ਆ ਜੈਂਟਸ ਦੀ, ਉਹ ਘਟਣੀ ਸ਼ੁਰੂ ਹੋ। ਆਪਣੀ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਗੋਲੀਆਂ ਖਾ ਰਹੇ ਆ, ਸਵੇਰੇ ਸ਼ਾਮ ਗੋਲੀਆਂ ਲੈ ਰਹੇ ਆ। ਉਹਨਾਂ ਦੀ 100% ਜਿਹੜੀ ਸ਼ੂਗਰ ਆ ਉਹ ਬਿਲਕੁਲ ਠੀਕ ਹੋ ਸਕਦੀ ਆ। ਅੱਧਾ ਲੀਟਰ ਲੈ ਲਿਆ, ਉਹਨੂੰ ਕਿਸੇ ਕੱਚ ਦੇ ਭਾਂਡੇ 'ਚ ਪਾ ਕੇ ਰੱਖ ਲਿਆ, ਉਹਦੇ ਵਿੱਚ ਦੋ ਦੇਸੀ ਆਂਡੇ ਉਹ ਸਾਬਤੇ ਉਹਦੇ ਵਿੱਚ ਸੁੱਟ ਦੇਣੇ ਆ। ਖਾਲੀ ਪੇਟ ਪੀਣਾ ਸ਼ੁਰੂ ਕਰੋ, ਤੁਹਾਡਾ ਜਿਹੜਾ ਪੈਂਕਰੀਆਜ਼ ਆ ਉਹ ਰੀਸਟਾਰਟ ਹੋਣਾ ਸ਼ੁਰੂ ਹੋ ਜਾਏਗਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਦੇਖੋ ਤੁਸੀਂ, ਇਹ ਸ਼ਖਸ ਜੋ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਸ਼ੂਗਰ ਦੇ ਪੇਸ਼ੈਂਟ ਨੇ। ਸ਼ੂਗਰ ਦੇ ਪੇਸ਼ੈਂਟ ਹੋਣ ਦੇ ਬਾਵਜੂਦ ਅੱਜ ਕੱਲ ਇਲਾਜ ਕਰਵਾਉਣ ਦੇ ਨਾਲ ਇਹ ਠੰਡਾ ਵੀ ਪੀ ਰਹੇ ਨੇ, ਬਰਫੀ ਵੀ ਖਾ ਰਹੇ ਨੇ, ਰਸਗੁੱਲੇ ਵੀ ਇਹਨਾਂ ਦੀ ਪਲੇਟ ਦੇ ਮੂਹਰੇ ਨਜ਼ਰ ਆ ਰਹੇ ਨੇ। ਦੇਖੋ ਤੁਸੀਂ, ਇਹ ਰਸਗੁੱਲੇ ਵੀ ਇਸ ਤਰੀਕੇ ਨਾਲ ਖਾ ਰਹੇ ਨੇ, ਔਰ ਮੈਂ ਬੜਾ ਹੈਰਾਨ ਹੋਇਆ ਇਹਨਾਂ ਨੂੰ ਦੇਖ ਕੇ ਕਿ ਕਿਸ ਤਰੀਕੇ ਨਾਲ ਇਹ ਸ਼ੂਗਰ ਦੇ ਪੇਸ਼ੈਂਟ ਹੋਣ ਦੇ ਬਾਵਜੂਦ ਤੁਸੀਂ ਰਸਗੁੱਲੇ, ਗੁਲਾਬ ਜਾਮੁਨਾ, ਬਰਫੀ, ਠੰਡੇ ਖਾਈ ਪੀ ਜਾ ਰਹੇ ਹੋ, ਇਹ ਕੀ ਗੱਲ ਹੈ ਜੀ? ਭਾਜੀ ਗੱਲ ਇਦਾਂ ਆ ਕਿ ਆਪਾਂ ਨਾਲ ਦਵਾਈ ਖਾ ਰਹੇ ਆ, ਡੋਲੀ ਆਪਾਂ ਸਵੇਰ ਨੂੰ ਵੀ ਖਾਂਦੇ ਆ, ਸ਼ਾਮ ਨੂੰ ਵੀ ਖਾਂਦੇ ਆ। ਅੱਛਾ। ਤੇ ਹੁਣ ਤਾਂ ਆਪਾਂ ਕੁਝ ਵੀ ਖਾ ਸਕਦੇ ਆ ਨਾ। ਸ਼ੂਗਰ ਨਾਰਮਲ ਆ। ਸ਼ੂਗਰ ਨਾਰਮਲ। ਹੋਰ
ਅੱਛਾ ਚਲੋ ਇਸ ਬਾਬਤ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਵੈਦ ਸੰਜੀਵ ਜੀ ਨੇ ਵੀ ਕੀ ਇਹ ਕਨਸੈਪਟ ਜਿਹੜਾ ਇਸ ਵੇਲੇ ਮਾਰਕੀਟ ਦੇ ਵਿੱਚ ਚੱਲ ਰਿਹਾ ਹੈ ਸਭ ਕੁਝ ਹੀ ਜਿਹੜੇ ਸ਼ੂਗਰ ਵਾਲੇ ਪੇਸ਼ੈਂਟ ਨੇ ਉਹ ਖਾਏ ਜਾ ਰਹੇ ਨੇ। ਦੇਖੋ ਤੁਸੀਂ ਰਸਗੁੱਲਾ ਦੱਬਣ ਤੋਂ ਬਾਅਦ ਹੁਣ ਬਰਫੀ ਵੱਲ ਨੂੰ ਜਿਹੜੇ ਇਹ ਭਾਜੀ ਹੋ ਗਏ ਨੇ। ਪੁੱਛਦੇ ਹਾਂ ਕਿ ਇਹ ਪੋਸੀਬਲ ਹੈਗਾ, ਜੇ ਪੋਸੀਬਲ ਹੈ ਤਾਂ ਕਿਵੇਂ। ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ ਵੈਦ ਜੀ ਦਾ। ਡਾਕਟਰ ਸਾਹਿਬ ਨੇ, ਡਾਕਟਰ ਸੰਜੀਵ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਸ਼ੂਗਰ ਵਾਲੇ ਜਿਹੜੇ ਰੋਗੀ ਨੇ ਤੁਹਾਡੇ ਸਾਹਮਣੇ ਬੈਠ ਕੇ ਰਸਗੁੱਲੇ, ਬਰਫੀ, ਠੰਡੇ ਖਾਈ ਪੀ ਜਾ ਰਹੇ ਨੇ, ਇਸ ਤਰ੍ਹਾਂ ਖਾਦਾ ਪੀਤਾ ਜਾ ਸਕਦਾ? ਦੇਖੋ ਅੱਜ ਕੱਲ ਨਾਰਮਲ ਇਹ ਚੀਜ਼ ਚੱਲ ਰਹੀ ਹੈ ਜੀ। ਵੀ ਲੋਕ ਜਿਹੜੇ ਹੈਗੇ ਆ ਬੇਸ਼ੱਕ ਉਹ ਉਹਨਾਂ ਦੀ ਸ਼ੂਗਰ ਜਿੰਨੀ ਮਰਜ਼ੀ ਹੋਵੇ, ਜਿੱਥੇ ਤੱਕ ਮਰਜ਼ੀ ਲੈਵਲ ਸ਼ੂਗਰ ਦਾ ਗਿਆ ਹੈ, ਲੇਕਿਨ ਉਹ ਖਾ ਰਹੇ ਆ ਗੁਲਾਬ ਜਾਮਣਾ, ਬਰਫੀ ਜਾਂ ਹੋਰ ਜਿਹੜੀਆਂ ਚੀਜ਼ਾਂ ਸ਼ੂਗਰ ਵਧਾਉਣ ਵਾਲੀਆਂ ਨਾਰਮਲ ਖਾ ਰਹੇ ਆ। ਉਹ ਠੰਡੇ ਵੀ ਪੀ ਰਹੇ ਆ, ਨਾਲ ਦੀ ਨਾਲ ਗੋਲੀ ਖਾਈ ਜਾ ਰਹੇ ਆ। ਇੱਕ ਗੋਲੀ ਸਵੇਰੇ ਖਾ ਲੈਂਦੇ, ਇੱਕ ਗੋਲੀ ਸ਼ਾਮ ਨੂੰ ਖਾ ਲੈਂਦੇ ਆ, ਸ਼ੂਗਰ ਨਾਰਮਲ ਹੋ ਜਾਂਦੀ ਆ। ਉਹ ਫਿਰ ਜਿਹੜੀਆਂ ਚੀਜ਼ਾਂ ਖਾਣ ਨੂੰ ਮਨ ਕਰਦਾ ਉਹ ਫਿਰ ਖਾਂਦੇ ਆ, ਫਿਰ ਗੋਲੀ ਖਾ ਲੈਂਦੇ ਆ, ਫਿਰ ਖਾਂਦੇ ਆ, ਫਿਰ ਗੋਲੀ ਖਾ ਲੈਂਦੇ ਆ। ਨਾਰਮਲ ਵਰਤਾਰਾ ਜਿਹੜਾ ਹੈਗਾ ਆ ਉਹ ਇਹੀ ਚੱਲ ਰਿਹਾ ਹੈ। ਪਰ ਜਿਵੇਂ ਭਾਈ ਸਾਹਿਬ ਸ਼ੂਗਰ ਦੇ ਮਰੀਜ਼ ਹੈਗੇ ਆ ਔਰ ਉਹਨਾਂ ਨੇ ਤੁਹਾਡੇ ਸਾਹਮਣੇ ਗਲਾਸ 'ਚ ਠੰਡਾ ਪਾਇਆ ਔਰ ਉਹ ਪੀਤਾ, ਲੇਕਿਨ ਆਪਾਂ ਇਹ ਦੇਖਦੇ ਹਾਂ ਵੀ ਜੇ ਉਸ ਠੰਡੇ ਨੂੰ ਆਪਾਂ ਗਰਮ ਕਰਦੇ ਆ ਫਿਰ ਕੀ ਬਣਦਾ ਉਹਦਾ। ਕਿਉਂਕਿ ਦੇਖੋ ਨਾਰਮਲ ਆਪਾਂ ਲਾਈਫ ਦੇ ਵਿੱਚ ਜਦੋਂ ਦੇਖਦੇ ਆ ਨਾ ਕਿਸੇ ਵੀ ਚੀਜ਼ ਦਾ, ਜੇ ਆਪਾਂ ਤੱਤ ਦੇਖਣਾ ਹੋਵੇ ਤਾਂ ਉਹਨੂੰ ਆਪਾਂ ਗਰਮ ਕਰਕੇ ਦੇਖਦੇ ਆ। ਬੰਦੇ ਦੇ ਵੀ ਅਸਲ ਸੁਭਾਅ ਦਾ ਪਤਾ ਲੱਗਦਾ ਜਦੋਂ ਉਹ ਗੁੱਸੇ 'ਚ ਹੋਵੇ, ਗਰਮ ਸੁਭਾਅ ਹੋਇਆ ਹੋਵੇ। ਤੁਸੀਂ ਦੁੱਧ ਉਬਾਲਦੇ ਹੋ, ਤੁਸੀਂ ਘਿਓ ਉਬਾਲਦੇ ਹੋ, ਮੱਖਣ ਮਲਾਈ ਉਬਾਲਦੇ ਹੋ, ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਹੈਗੀ ਆ, ਤੁਸੀਂ ਉਹ ਅਸਲ 'ਚ ਕੀ ਆ, ਉਹਦੇ ਵਿੱਚ ਕੀ ਲੁਕਿਆ ਹੋਇਆ, ਉਹ ਗਰਮ ਕਰਨ ਤੋਂ ਬਾਅਦ ਪਤਾ ਲੱਗਦਾ ਹੈ। ਸੋ ਅਸੀਂ ਵੀ ਅੱਜ ਜਿਹੜਾ ਠੰਡਾ ਪੀ ਕੇ ਹਟੇ ਹੈਗੇ ਆ, ਆਪਾਂ ਦੇਖ ਲੈਂਦੇ ਹਾਂ ਵੀ ਠੰਡੇ ਨੂੰ ਗਰਮ ਕਰਨ ਤੋਂ ਬਾਅਦ ਇਹਦਾ ਕੀ ਬਣਦਾ ਹੈ ਨਾ। ਤੁਸੀਂ ਠੰਡਾ 'ਚ ਗਰਮ ਕਰਨ ਵਾਲੇ, ਮਤਲਬ ਠੰਡਾ ਗਰਮ ਕਰਨ ਵਾਲੇ ਆ ਜੀ ਆਪਾਂ, ਜਿਹੜਾ ਹੈਗਾ ਆ। ਸੋ ਦੇਖੋ ਤਸਵੀਰਾਂ ਤੁਸੀਂ, ਅੱਜ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈਗਾ। ਜਿਹੜੇ ਠੰਡੇ ਅਸੀਂ ਬੜੇ ਚਾਅ ਨਾਲ ਲਾਈਨਾਂ ਦੇ ਵਿੱਚ, ਵਿਆਹਾਂ ਦੇ ਵਿੱਚ ਲੱਗ ਕੇ, ਲਾਈਨਾਂ ਦੇ ਵਿੱਚ ਲੱਗ ਕੇ, ਵੱਡੀਆਂ ਵੱਡੀਆਂ ਕਤਾਰਾਂ 'ਚ ਲੱਗ ਕੇ ਠੰਡੇ ਪੀਂਦੇ ਆ, ਉਹ ਠੰਡਾ ਗਰਮ ਹੋਣ ਤੋਂ ਬਾਅਦ ਉਹਦੇ ਵਿੱਚੋਂ ਕੀ ਬਣਦਾ ਹੈ ਜਾਂ ਉਹਦਾ ਕੀ ਹੁੰਦਾ ਹੈ, ਕੀ ਨਿਕਲਦਾ ਹੈ। ਇਹ ਦੇਖੋ ਅੱਜ ਲਾਈਵ ਐਕਸਪੈਰੀਮੈਂਟ ਹੈਗਾ ਜਿਹੜਾ ਗ੍ਰੇਟ ਪਾਥ ਆਯੁਰਵੇਦਾ ਫਗਵਾੜੇ ਦੇ ਵਿੱਚ ਜਿਹੜੇ ਡਾਕਟਰ ਨੇ, ਡਾਕਟਰ ਸੰਜੀਵ ਜੀ, ਉਹ ਕਰਨ ਵਾਲੇ ਨੇ। ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਅਸਲ ਤੱਥ ਨੇ ਜਿਹੜੇ ਉਹ ਗਰਮ ਹੋਣ ਤੋਂ ਬਾਅਦ ਹੀ ਪਤਾ ਲੱਗਦਾ। ਜਿਸ ਤਰੀਕੇ ਨਾਲ ਬੰਦੇ ਦਾ ਅਸਲ ਪਤਾ ਗਰਮ ਵੇਲੇ ਜਦੋਂ ਗੁੱਸੇ 'ਚ ਹੁੰਦਾ ਉਦੋਂ ਲੱਗਦਾ ਹੈ, ਘਿਓ ਅਸੀਂ ਕੱਢਦੇ ਹਾਂ ਤਾਂ ਪਤਾ ਲੱਗਦਾ, ਗਰਮ ਕਰਕੇ ਦੁੱਧ ਨੂੰ ਉਬਾਲ ਕੇ ਅਸੀਂ ਕਰਦੇ ਹਾਂ। ਤਾਂ ਅੱਜ ਇਸ ਕੀ ਬਣਨ ਵਾਲਾ ਹੈ ਇਹ ਸਾਨੂੰ ਨਹੀਂ ਪਤਾ, ਪਰ ਡਾਕਟਰ ਸਾਹਿਬ ਨੇ ਬਹੁਤ ਐਕਸਪੈਰੀਮੈਂਟ ਕੀਤੇ ਨੇ। ਪਰ ਅੱਜ ਗੱਲ ਜਿਹੜੀ ਅਸੀਂ ਸ਼ੂਗਰ ਦੀ ਕਰ ਰਹੇ ਹਾਂ, ਡਾਕਟਰ ਸਾਹਿਬ ਚਲੋ ਇਹ ਐਕਸਪੈਰੀਮੈਂਟ ਅਸੀਂ ਕਰਕੇ ਲੋਕਾਂ ਨੂੰ ਦਿਖਾਵਾਂਗੇ ਕਿ ਇਹਦੇ ਵਿੱਚੋਂ ਕੀ ਬਣਦਾ ਹੈ, ਇਹਦੇ ਵਿੱਚੋਂ ਕੀ ਨਿਕਲਦਾ ਹੈ। ਮੇਰਾ ਸਵਾਲ ਇਹ ਹੈ ਕਿ ਇਸ ਵੇਲੇ ਜਿਹੜੀ ਸ਼ੂਗਰ ਦੀ ਮਰਜ਼ ਹੈਗੀ ਹੈ, ਇਹ ਕੌੜੀ ਵੇਲ ਵਾਂਗ ਜਿਹੜੀ ਲਗਾਤਾਰ ਵੱਧ ਰਹੀ ਹੈ। ਅੱਜ ਇੱਕ ਪਰਿਵਾਰ ਸੀ, 2 ਦਿਨਾਂ ਬਾਅਦ ਇਹ ਪਰਿਵਾਰ 10 ਹੋ ਗਏ, ਹਫ਼ਤੇ ਬਾਅਦ ਇਹ ਪਰਿਵਾਰ 100 ਹੋ ਸਕਦਾ। ਕੀ ਕਾਰਨ ਹੈ? ਸਾਨੂੰ ਸ਼ੂਗਰ ਸਮਝਾਓ, ਹੁੰਦੀ ਕੀ ਹੈ? ਦੇਖੋ ਸਰ, ਸ਼ੂਗਰ ਜਿਹੜੀ ਹੈਗੀ ਆ ਨਾਰਮਲ ਤਾਂ ਇਹਨੂੰ ਆਪਾਂ ਮੈਟਾਬੋਲਿਕ ਡਿਸਆਰਡਰ ਕਹਿੰਦੇ ਆ। ਉਹ ਕੀ ਹੁੰਦਾ ਜੀ? ਲਾਈਫ ਸਟਾਈਲ ਡਿਸਆਰਡਰ ਜਿਹੜਾ ਹੋ ਜਾਂਦਾ। ਓਕੇ। ਸਾਡਾ ਖਾਣ ਪੀਣ, ਸਾਡਾ ਰਹਿਣ ਸਹਿਣ ਜਿਹੜਾ ਹੈਗਾ ਆ ਉਹ ਐਦਾਂ ਦਾ ਹੋ ਗਿਆ ਵੀ ਅਸੀਂ ਲਗਾਤਾਰ ਜਿਹੜੀ ਹੈਗੀ ਆ ਉਹ ਸ਼ੂਗਰ ਵਾਲੇ ਪਾਸੇ ਨੂੰ ਵੱਧ ਰਹੇ ਹਾਂ। ਸ਼ੂਗਰ ਦੁਨੀਆ ਦੇ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਆ। ਅਮਰੀਕਾ ਬਹੁਤ ਵੱਡੇ ਲੈਵਲ ਤੇ ਸ਼ਿਕਾਰ ਹੈਗਾ। ਭਾਰਤ ਜਿਹੜਾ ਹੈਗਾ ਜੀ, ਇਹ ਅਸੀਂ 2nd ਨੰਬਰ ਤੇ ਆ ਰਹੇ ਹਾਂ। ਪਾਕਿਸਤਾਨ ਵੀ ਨਾਲ ਜਿਹੜਾ ਹੈਗਾ ਉਹ ਪੂਰੀ ਰੇਸ ਦੇ ਵਿੱਚ ਆ, ਵੀ ਪਿੱਛੇ ਕਿਉਂ ਰਹਿਣਾ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇਸ ਵੇਲੇ 100 ਮਿਲੀਅਨ ਲੋਕ ਭਾਰਤ ਦੇ ਵਿੱਚ ਡਾਇਬਟਿਕ ਨੇ ਔਰ 136 ਮਿਲੀਅਨ ਲੋਕ ਜਿਹੜੇ ਹੈਗੇ ਆ ਉਹ ਪ੍ਰੀ ਡਾਇਬਟਿਕ ਨੇ, ਬਿਲਕੁਲ ਬਾਰਡਰ ਲਾਈਨ ਤੇ ਬੈਠੇ ਨੇ, ਜਿਹੜੇ ਕਦੇ ਵੀ ਜੰਪ ਮਾਰ ਸਕਦੇ ਆ। ਉਹ ਅੱਜ ਪ੍ਰੀ ਡਾਇਬਟਿਕ ਨੇ, ਕੱਲ ਨੂੰ ਹੋ ਸਕਦਾ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਸ਼ੂਗਰ ਦੇ ਮਰੀਜ਼ਾਂ ਦੇ ਵਿੱਚ ਸ਼ਾਮਲ ਹੋ ਜਾਵੇ। ਜੇ ਆਪਾਂ ਇਹਦੀ ਗੱਲ ਕਰਦੇ ਆ ਨਾ ਪੂਰੇ ਭਾਰਤ ਦੀ, ਜੇ ਆਪਾਂ ਪਹਿਲੀਆਂ 10 ਸਟੇਟਾਂ ਦੀ ਗੱਲ ਕਰਨੀ ਹੋਵੇ ਤਾਂ ਪਹਿਲੇ ਨੰਬਰ ਤੇ ਗੋਆ। ਤਾਂ ਸਾਡਾ ਸਟੇਟ ਹੈ ਪੰਜਾਬ, ਇਹਦੀ ਰਾਜਧਾਨੀ ਚੰਡੀਗੜ੍ਹ, ਉਹ ਭਾਰਤ ਦੇ ਵਿੱਚੋਂ 4ਥੇ ਨੰਬਰ ਤੇ ਆ। ਹਰ ਚੌਥਾ ਬੰਦਾ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਉਹ ਸ਼ੂਗਰ ਦਾ ਮਰੀਜ਼ ਹੈ। ਤੁਸੀਂ ਇਹ ਵੀ ਦੱਸ ਰਹੇ ਸੀ ਕਿ ਜਿਹੜੇ ਕੰਪੈਰੀਟਿਵਲੀ ਪੰਜਾਬ ਦੀ ਗੱਲ ਕਰੀਏ ਆਪਾਂ ਤਾਂ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਜਿਹੜੇ ਲੋਕ ਹੈਗੇ ਨੇ ਉਹ ਜ਼ਿਆਦਾ ਪੀੜਤ ਨੇ। ਬਿਲਕੁਲ ਸਰ, ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਜਿਹੜਾ ਹੈਗਾ ਇਹ ਵੀ ਪਹਿਲੇ 10 ਸਟੇਟਾਂ ਦੇ ਵਿੱਚ ਸ਼ੁਮਾਰ ਹੈ, 9ਵੇਂ ਨੰਬਰ ਤੇ ਆ।
ਪਿਛਲੇ ਸਾਲ ਪੰਜਾਬ ਸੀ ਜਿਹੜਾ ਉਹ 10ਵੇਂ ਨੰਬਰ ਤੇ ਸੀ। ਇਸ ਸਾਲ ਅਸੀਂ ਪੰਜਾਬ ਦੇ ਲੋਕ ਜਿਹੜੇ ਹੈਗੇ ਆ 9ਵੇਂ ਨੰਬਰ ਤੇ ਆ ਗਏ ਆ। ਔਰ ਜਿੱਦਾਂ ਹਰੇਕ ਸਾਲ ਇਹ ਜੰਪ ਮਾਰ ਰਿਹਾ ਪੰਜਾਬ ਨੰਬਰ 1 ਵਾਲੇ ਪਾਸੇ ਜਾ ਰਿਹਾ, ਤੇ ਮੈਨੂੰ ਇਦਾਂ ਲੱਗਦਾ ਵੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਅਸੀਂ ਗੋਆ ਨੂੰ ਵੀ ਪਛਾੜ ਜਾਵਾਂਗੇ। ਅਸੀਂ ਚੰਡੀਗੜ੍ਹ ਜਿਹੜਾ ਹੈਗਾ ਆ ਉਹ ਪਹਿਲਾਂ ਗੋਆ ਦੇ ਥਾਂ ਤੇ ਆਊਗਾ। ਉਸ ਤੋਂ ਬਾਅਦ ਜਿਹੜਾ ਟੋਟਲ ਪੰਜਾਬ ਦੀ ਆਪਾਂ ਗੱਲ ਕਰ ਲਈਏ, ਉਹ ਆਪਾਂ ਬੜੇ ਫਖਰ ਨਾਲ ਫੇਰ ਇਹ ਗੱਲ ਕਵਾਂਗੇ ਵੀ ਪੰਜਾਬੀ ਇਹਦੇ ਵਿੱਚ ਵੀ ਨੰਬਰ 1 ਹੈ, ਸ਼ੂਗਰ ਦੇ ਵਿੱਚ ਵੀ ਨੰਬਰ 1 ਹੈ। ਫਿਰ ਡਾਕਟਰ ਸਾਹਿਬ ਜਿਹੜੇ ਲੋਕ ਗੋਲੀਆਂ ਖਾ ਰਹੇ ਨੇ, ਇਹ ਤਾਂ ਇਲਾਜ ਹੋਣਾ ਚਾਹੀਦਾ ਸੀ। ਸਾਡੀ ਗਿਣਤੀ ਹੈ ਜਿਹੜੀ ਉਹ ਪਿੱਛੇ ਨੂੰ ਜਾਣੀ ਚਾਹੀਦੀ ਸੀ। 10ਵੇਂ ਤੋਂ ਬਾਅਦ ਅਸੀਂ 11ਵੇਂ ਤੇ 12ਵੇਂ ਤੇ 15ਵੇਂ ਤੇ ਜਾਣੇ ਚਾਹੀਦੇ ਸੀ। ਪਰ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਹੈ ਜਿਹੜਾ ਉਹ ਲਗਾਤਾਰ ਆਉਣ ਵਾਲੇ ਟਾਈਮ ਦੇ ਵਿੱਚ 25 ਸਾਲਾਂ 'ਚ ਟੌਪ ਤੇ ਚਲੇ ਜਾ ਸਕਦਾ ਹੈ। 25 ਸਾਲ ਵੀ ਜ਼ਿਆਦਾ ਹੋ ਜਾਣੇ ਆ ਜੀ। ਐਕਚੁਅਲੀ ਗੱਲ ਕੀ ਹੈਗੀ ਆ ਇਹਦੇ ਵਿੱਚ ਵੀ ਦੇਖੋ, ਜਿਹਦਾ ਤੁਸੀਂ ਪਹਿਲਾ ਸਵਾਲ ਸੀਗਾ ਵੀ ਪੰਜਾਬ ਦੇ ਜਿਹੜੇ ਪਿੰਡੂ ਏਰੀਏ ਦੇ ਲੋਕ ਹੈਗੇ ਆ ਉਹ ਵੀ ਲਗਾਤਾਰ ਸ਼ੂਗਰ ਦੇ ਜਿਹੜੇ ਕੇਸ ਆ ਉਹਨਾਂ ਦੇ ਵਿੱਚ ਵੱਧ ਰਹੇ ਆ। ਜਾਨੀ ਸ਼ਹਿਰਾਂ ਦੇ ਨਾਲੋਂ ਜਿਹੜੀ ਪਿੰਡਾਂ ਦੇ ਵਿੱਚ ਮਾਤਰਾ ਆ ਜਾਂ ਪਿੰਡਾਂ ਦੇ ਵਿੱਚ ਜਿਹੜੇ ਮਰੀਜ਼ ਆ ਉਹਨਾਂ ਦੀ ਗਿਣਤੀ ਵੱਧ ਰਹੀ ਆ। ਇਹਦੇ ਵਿੱਚ ਕਾਰਨ ਇਹ ਹੈਗਾ ਵੀ ਜਦੋਂ ਉਹ ਮਾੜਾ ਜਿਹਾ ਵੀ ਉਹਨਾਂ ਨੂੰ ਕੁਝ ਹੁੰਦਾ ਨਾ, ਕੋਈ ਬੁਖਾਰ ਹੋ ਗਿਆ, ਕੋਈ ਦਰਦ ਹੋਣ ਲੱਗ ਪਈ, ਕੋਈ ਸਿਰ ਦਰਦ ਵੀ ਹੋਣਾ ਸ਼ੁਰੂ ਹੋ ਗਿਆ, ਉਸੇ ਵੇਲੇ ਜਾ ਕੇ ਉਹ ਕੋਈ ਨਾ ਕੋਈ ਦਵਾਈ ਇੱਦਾਂ ਦੀ ਲੈਂਦੇ ਆ। ਔਰ ਜਿਹੜਾ ਡਾਕਟਰ ਬੈਠਾ ਆ ਨੋਰਮਲ ਪਿੰਡਾਂ 'ਚ, ਡਾਕਟਰ ਜਿਹੜੇ ਬੈਠੇ ਹੈਗੇ ਆ, ਕਈ ਵਾਰੀ ਉਹ ਆਪਣਾ ਨਾ ਮਰੀਜ਼ ਨੂੰ ਗਾਹਕ ਬਣਾਉਣ ਦੇ ਲਈ ਉਹਦੇ ਵਿੱਚ ਉਹ ਸਟੀਰੋਇਡ ਪਾ ਦਿੰਦੇ ਆ। ਕੋਈ ਡੈਕਸੋਨਾ ਹੋ ਸਕਦੀ ਆ, ਕੋਈ ਬੈਟਨੀਸੋਲ ਵਗੈਰਾ ਇਦਾਂ ਦੀਆਂ ਗੋਲੀਆਂ ਜਿਹੜੀਆਂ ਹੈਗੀਆਂ ਪਾ ਦਿੰਦੇ ਆ। ਔਰ ਉਹ ਜਿਹੜਾ ਆਪਾਂ ਕੋਈ ਵੀ ਸਟੀਰੋਇਡ ਲੈਂਦੇ ਆ, ਉਹਨੇ ਸਾਡੇ ਅੰਦਰ ਜਾ ਕੇ ਸ਼ੂਗਰ ਦੀ ਮਾਤਰਾ ਵਧਾਉਣੀ ਹੁੰਦੀ ਆ, ਗਲੂਕੋਜ਼ ਦੀ ਮਾਤਰਾ ਵਧਾਉਣੀ ਹੁੰਦੀ ਆ। ਔਰ ਜਦੋਂ ਗਲੂਕੋਜ਼ ਦੀ ਮਾਤਰਾ ਵੱਧ ਗਈ, ਇਨਸੂਲਿਨ ਪਿੱਛੇ ਰਹਿ ਗਈ, ਤੇ ਉਹ ਸਾਡੇ ਬਲੱਡ ਦੇ ਵਿੱਚ ਸ਼ੂਗਰ ਜਿਹੜੀ ਹੈਗੀ ਰਲ ਜਾਣੀ। ਇਸ ਕਰਕੇ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਉਹ ਵੱਧ ਪੀੜਤ ਹੋ ਰਹੇ ਆ। ਔਰ ਸ਼ੂਗਰ ਜਿਹੜੀ ਹੈਗੀ ਆ, ਜਦੋਂ ਤੁਸੀਂ ਗੋਲੀਆਂ ਦੀ ਗੱਲ ਕੀਤੀ ਆ ਵੀ ਗੋਲੀਆਂ ਖਾ ਰਹੇ ਆ, ਹੁਣ ਤੁਸੀਂ ਦੇਖੋ ਤੁਹਾਡੇ ਜਾਣਕਾਰ ਇਦਾਂ ਦੇ ਲੋਕ ਬਹੁਤ ਹੋਣੇ ਆ ਜਿਨ੍ਹਾਂ ਨੂੰ ਸ਼ੂਗਰ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਗੋਲੀਆਂ ਖਾ ਰਹੇ ਆ। ਲੇਕਿਨ ਹੋਇਆ ਕੀ, ਇਹਦਾ ਉਲਟਾ ਕੀ ਹੋਇਆ? ਗੋਲੀ ਪਹਿਲਾਂ ਆਪਾਂ ਸ਼ੁਰੂ ਕੀਤੀ ਨਾਰਮਲ ਜਿੰਨੀਆਂ ਵੀ ਗੋਲੀਆਂ ਖਾਂਦੇ ਹੈਗੇ, ਮੈਟਫੋਰਮਿਨ ਤੋਂ ਸ਼ੁਰੂ ਕਰ ਲਓ ਤੁਸੀਂ, 250 mg ਤੋਂ ਸ਼ੁਰੂ ਕਰਦੇ ਆ ਹੈ, ਉਹ ਸਾਲ 2 ਸਾਲ ਬਾਅਦ ਉਹ 500 mg ਤੱਕ ਚੱਲ ਜਾਂਦੀ ਹੈ। ਥੋੜੇ ਚਿਰ ਬਾਅਦ ਉਹ 1000 mg ਤੱਕ ਚੱਲ ਜਾਂਦੀ ਹੈ। ਪਹਿਲਾਂ ਅਸੀਂ ਸਵੇਰ ਨੂੰ ਖਾਂਦੇ ਆ, ਫਿਰ ਅਸੀਂ ਰਾਤ ਨੂੰ ਵੀ ਖਾਣੀ ਸ਼ੁਰੂ ਕਰ ਲੈਂਦੇ ਆ। ਪਹਿਲਾਂ ਅਸੀਂ ਖਾਣੇ ਤੋਂ ਬਾਅਦ ਖਾਂਦੇ ਆ, ਫਿਰ ਖਾਣੇ ਤੋਂ ਪਹਿਲਾਂ ਵੀ ਖਾਣੀ ਸ਼ੁਰੂ ਕਰ ਲੈਂਦੇ ਆ। ਤੁਸੀਂ ਅੱਜ ਤੱਕ ਕਿਸੇ ਦੀ ਸ਼ੂਗਰ ਉਹਨਾਂ ਦਵਾਈਆਂ ਦੇ ਨਾਲ ਠੀਕ ਹੁੰਦੀ ਦੇਖੀ? ਮੇਰਾ ਸਵਾਲ ਵੀ ਤਾਂ ਇਹੀ ਹੋਇਆ ਜੀ ਕਿ ਫਿਰ ਇਲਾਜ ਕਿਸ ਗੱਲ ਦਾ ਹੁੰਦਾ ਜੀ? ਇਲਾਜ ਹੋ ਹੀ ਨਹੀਂ ਰਿਹਾ। ਉਹ ਤਾਂ ਸਿੰਪਲ ਤੁਹਾਡੀ ਜਿਹੜੀ ਗੋਲੀਆਂ ਕੀ ਕਰਦੀਆਂ ਆ, ਤੁਹਾਡਾ ਜਿਹੜਾ ਪੈਂਕਰੀਆਸ ਆ, ਜਿਹੜਾ ਅਗਨਾਸ਼ਯ ਹੈਗਾ ਤੁਹਾਡਾ, ਉਸ ਅਗਨਾਸ਼ਯ ਨੂੰ ਘੁੱਟਦੀਆਂ ਆ, ਘੁੱਟ ਕੇ ਉਹਦੇ ਚ ਇਨਸੂਲਿਨ ਕੱਢ ਦਿੰਦੀਆਂ। ਇਨਸੂਲਿਨ ਜਿਹੜੀ ਹੈਗੀ ਆ ਉਹ ਜਦੋਂ ਰਿਲੀਜ਼ ਹੁੰਦੀ ਆ, ਉਸ ਵੇਲੇ ਸ਼ੂਗਰ ਦਾ ਲੈਵਲ ਜਿਹੜਾ ਉਹ ਥੋੜਾ ਡਾਊਨ ਹੋ ਜਾਂਦਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ ਪੈਂਕਰੀਆਸ ਆ ਪ੍ਰੋਪਰ ਵਰਕ ਤਾਂ ਕਰ ਨਹੀਂ ਰਿਹਾ, ਉਹਦੇ ਵਿੱਚੋਂ ਇਨਸੂਲਿਨ ਤਾਂ ਰਿਲੀਜ਼ ਹੋ ਹੀ ਨਹੀਂ ਰਹੀ ਹੈ। ਉਹ ਧੱਕੇ ਦੇ ਨਾਲ ਤੁਸੀਂ ਕੱਢ ਤਾਂ ਲਓਗੇ ਨਾ ਗੋਲੀਆਂ ਦੇ ਦਮ ਤੇ, ਲੇਕਿਨ ਉਹ ਫਿਰ ਉੱਥੇ ਕਹਾਣੀ ਆ ਜਾਣੀ ਹੈਗੀ ਆ। ਜਿੱਦਾਂ ਆਪਾਂ ਕਿਸੇ ਬਾਲ ਨੂੰ ਦਬਾਉਨੇ ਆ ਜੀ, ਉਹ ਥੋੜੇ ਚਿਰ ਬਾਅਦ ਬਾਲ ਨੇ ਆਪਣੇ ਫਿਰ ਉਸ ਐਕਚੁਅਲ ਸਾਈਜ਼ ਦੇ ਵਿੱਚ ਆ ਜਾਣਾ ਹੁੰਦਾ ਹੈਗਾ। ਕੁੱਟਾਂਗੇ ਤਾਂ ਇਨਸੂਲਿਨ ਨਿਕਲੂਗੀ, ਉਹ ਇੰਨਾ ਕੁ ਕੰਮ ਕਰਦੀ ਹੈਗੀ ਆ, ਦੁਬਾਰਾ ਫਿਰ ਗੋਲੀ ਦੀ ਲੋੜ ਪੈ ਜਾਂਦੀ ਆ। ਜਾਣੀ ਉਹ ਜਿਹੜੀਆਂ ਗੋਲੀਆਂ ਹੈਗੀਆਂ ਆ, ਉਹ ਤਾਂ ਸਾਡੇ ਸਰੀਰ ਦੇ ਵਿੱਚੋਂ ਸਾਡੀ ਜ਼ਰੂਰੀ ਜਿਹੜੀ ਤਾਕਤ ਹੈਗੀ ਆ ਜਾਂ ਜੋ ਵੀ ਸਾਨੂੰ ਉਹ ਵੀ ਖਤਮ ਕਰ ਦੇਣੀਆਂ ਹੈਗੀਆਂ ਉਹ ਗੋਲੀਆਂ। ਤਾਂ ਮੰਨ ਲਓ ਲਗਾਤਾਰ ਉਹ ਗੋਲੀਆਂ ਜਦੋਂ ਆਪਾਂ ਖਾਂਦੇ ਆ, ਦੇਖੋ ਉਹਦਾ ਸਾਡੇ ਸਰੀਰ ਤੇ ਇਫੈਕਟ ਪੈਂਦਾ। ਜਿਹੜੀ ਸ਼ੂਗਰ ਦੀ ਬਿਮਾਰੀ ਆ, ਇਹ ਸ਼ੂਗਰ ਦੀ ਬਿਮਾਰੀ ਕਦੇ ਇਕੱਲੀ ਥੋੜੀ ਆਉਂਦੀ ਆ, ਇਹ ਤਾਂ ਆਪਣੇ ਨਾਲ ਆਪਣੇ ਭੈਣ ਭਰਾ, ਆਪਣੀ ਪੂਰੀ ਫੈਮਿਲੀ ਲੈ ਕੇ ਆਉਂਦੀ ਆ। ਇਹਦੇ ਵਿੱਚ ਕੀ ਆਉਂਦਾ? ਇਹਦੇ ਵੀ ਭੈਣ ਭਰਾ ਨੇ, ਇਹਦੇ ਵੀ ਭੈਣ ਭਰਾ ਆ। ਕਿਡਨੀ ਦੀ ਸਮੱਸਿਆ ਸ਼ੂਗਰ ਦੇ ਨਾਲ ਆਉਂਦੀ ਆ, ਹਾਰਟ ਦੀ ਸਮੱਸਿਆ ਸ਼ੂਗਰ ਦੇ ਨਾਲ ਆਉਂਦੀ ਆ। ਤੁਹਾਡਾ ਜਿਹੜੇ ਜੈਂਟਸ ਹੈਗੇ ਆ, ਸੈਕਸੁਅਲ ਵੀਕਨੈਸ, ਈਵਨ ਲੇਡੀਜ਼ ਵੀ ਸੈਕਸੁਅਲ ਵੀਕਨੈਸ ਆਉਂਦੀ ਆ, ਸ਼ੂਗਰ ਦੇ ਨਾਲ ਆਉਂਦੀ ਆ। ਇਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਆ ਉਹ ਹਮੇਸ਼ਾ ਥਕਾਵਟ ਰਹਿਣੀ। ਤੁਹਾਡੀ ਨਜ਼ਰ, ਸਭ ਤੋਂ ਪਹਿਲਾਂ ਤੁਹਾਡੀਆਂ ਅੱਖਾਂ ਜਿਹੜੀਆਂ ਹੈਗੀਆਂ, ਉਹ ਤੁਹਾਨੂੰ ਨਜ਼ਰ ਕਮਜ਼ੋਰ ਹੁੰਦੀ ਆ। ਤੁਹਾਡਾ ਨਰਵਸ ਸਿਸਟਮ ਜਿਹੜਾ ਹੈਗਾ ਉਹ ਵੀਕ ਹੋ ਜਾਂਦਾ ਹੈਗਾ। ਤੁਹਾਨੂੰ ਲਗਾਤਾਰ ਥਕਾਵਟ ਜਿਹੜੀ ਹੈਗੀ ਆ ਉਹ ਰਹਿੰਦੀ ਆ, ਹੈ ਨਾ। ਇਹ ਚੀਜ਼ਾਂ ਨਾਲ ਆਉਂਦੀਆਂ ਹੈਗੀਆਂ, ਸ਼ੂਗਰ ਦੇ ਨਾਲ ਆਉਂਦੀਆਂ। ਸੋ ਇਹਦਾ ਸਾਡੇ ਸਰੀਰ ਦੇ ਉੱਤੇ ਬੜਾ ਇਫੈਕਟ ਪੈਂਦਾ ਹੈ। ਅੱਛਾ, ਫਿਰ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ ਇੱਥੇ ਇਹ ਹੈ ਕਿ ਜਿਹੜੇ ਲੋਕ ਤੁਸੀਂ ਕਹਿ ਰਹੇ ਹੋ ਕਿ 136 ਮਿਲੀਅਨ ਲੋਕ ਨੇ ਜਿਹੜੇ ਉਹ ਕਦੇ ਵੀ ਸ਼ੂਗਰ ਦਾ ਸ਼ਿਕਾਰ ਹੋ ਸਕਦੇ ਨੇ, ਯਾਨੀ ਕਿ ਰਾਤੋਂ ਰਾਤ ਵੀ ਸ਼ੂਗਰ ਹੋ ਸਕਦੀ ਹੈ ਕਿਸੇ ਨੂੰ? ਸਰ, ਜਿਹੜੇ ਲੋਕ ਪ੍ਰੀ ਡਾਇਬਟਿਕ ਨੇ, 136 ਮਿਲੀਅਨ ਲੋਕ ਜਿਹੜੇ ਬਿਲਕੁਲ ਬਾਰਡਰ ਲਾਈਨ ਤੇ ਬੈਠੇ ਨੇ, ਜਦੋਂ ਉਹਨਾਂ ਦਾ ਜੀਵਨ ਆ ਜਿਹੜਾ ਆਲਸ ਭਰਪੂਰ ਰਹੇਗਾ, ਫੈਟੀ ਚੀਜ਼ਾਂ, ਆਇਲੀ ਚੀਜ਼ਾਂ ਵੱਧ ਖਾ ਰਹੇ ਨੇ, ਜਿਨ੍ਹਾਂ ਦਾ ਗਲਾਈਸੀਮਿਕ ਇੰਡੈਕਸ ਜਿਨ੍ਹਾਂ ਚੀਜ਼ਾਂ ਦੀ ਜ਼ਿਆਦਾ ਹੈਗੀ ਆ,
ਸ਼ੂਗਰ ਲੈਵਲ ਜਿਨ੍ਹਾਂ ਚੀਜ਼ਾਂ ਦਾ ਜ਼ਿਆਦਾ ਆ ਉਹ ਖਾ ਰਹੇ ਨੇ, ਤਾਂ ਅੱਜ ਰਾਤ ਨੂੰ ਉਹ ਖਾ ਕੇ ਸੌਣਗੇ ਤਾਂ ਸਵੇਰ ਨੂੰ ਸ਼ੂਗਰ ਚੈੱਕ ਕਰਾਉਣਗੇ ਤਾਂ ਉਹ ਆਟੋਮੈਟਿਕਲੀ ਉਹਨਾਂ ਦੀ ਜਿਹੜੀ ਸ਼ੂਗਰ ਹੈਗੀ ਉਹ ਜੰਪ ਕੀਤੀ ਹੋਏਗੀ, ਹੈ ਨਾ। ਕਿਉਂਕਿ ਇਹਦੇ ਵਿੱਚ ਜਿਹੜੇ ਕਾਰਨ ਹੈਗੇ ਆ ਸ਼ੂਗਰ ਹੋਣ ਦੇ, ਨਾਰਮਲੀ ਜਿਹੜੇ ਲੋਕ ਜ਼ਿਆਦਾ ਚਿੰਤਾਗ੍ਰਸਤ ਰਹਿੰਦੇ ਨੇ, ਸਟ੍ਰੈਸ ਲੈਵਲ ਜਿਨ੍ਹਾਂ ਦਾ ਬਹੁਤ ਜ਼ਿਆਦਾ ਆ। ਦੇਖੋ ਇੱਕ ਟੈਨਸ਼ਨ ਹੁੰਦੀ ਆ, ਉਹ ਟੈਨਸ਼ਨ ਕਈ ਵਾਰੀ ਹੈਲਦੀ ਟੈਨਸ਼ਨ ਵੀ ਹੋ ਸਕਦੀ ਹੈ ਨਾ, ਵੀ ਮੈਂ ਘਰ ਬਣਾਉਣਾ, ਮੈਂ ਕਾਰ ਲੈਣੀ ਆ, ਮੈਂ ਬਿਜ਼ਨਸ ਡਿਵੈਲਪ ਕਰਨਾ, ਮੈਂ ਪੜ੍ਹਾਈ 'ਚ ਨੰਬਰ 1 ਆਉਣਾ, ਲੇਕਿਨ ਇੱਕ ਸਟ੍ਰੈਸ ਹੁੰਦੀ ਆ। ਜਦੋਂ ਸਟ੍ਰੈਸ ਲੈਵਲ ਤੁਹਾਡੇ ਵਧਣਾ ਹੈਗਾ, ਦਿਮਾਗ ਤੇ ਪ੍ਰੈਸ਼ਰ ਪੈ ਗਿਆ ਸਟ੍ਰੈਸ ਦਾ, ਉਹਨੇ ਕਿਡਨੀ ਤੇ ਇਫੈਕਟ ਪਾਉਣਾ, ਔਰ ਕਿਡਨੀ ਜਿਹੜੀ ਹੈਗੀ ਉਹਨੇ ਇੱਕ ਹਾਰਮੋਨਸ ਜਿਹੜੇ ਹੈਗੇ ਆ ਨਾ, ਉਹਨੇ ਹਾਰਮੋਨ ਇੱਕ ਰਿਲੀਜ਼ ਕਰਨਾ, ਕੋਰਟੀਸੋਲ। ਉਹ ਜਦੋਂ ਵਧੇਗਾ ਉਸ ਹਾਰਮੋਨ ਨੇ ਤੁਹਾਡੇ ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਵਧਾ ਦੇਣਾ। ਜਦੋਂ ਉਹ ਲੈਵਲ ਵੱਧ ਗਿਆ ਤਾਂ ਤੁਸੀਂ ਪ੍ਰੀ ਡਾਇਬਟਿਕ ਤੋਂ ਤੁਸੀਂ ਰਾਤੋਂ ਰਾਤ ਤੁਸੀਂ ਡਾਇਬਟਿਕ ਹੋ ਸਕਦੇ ਹੋ, ਹੈ ਨਾ। ਉਹ ਹਾਰਮੋਨ ਨੇ ਕੰਮ ਕਰ ਦੇਣਾ। ਅੱਛਾ, ਫਿਰ ਡਾਕਟਰ ਸਾਹਿਬ ਜਿਹੜੇ ਆਪਾਂ ਮੰਨ ਲਈਏ ਕਿ ਜਿਹੜੇ ਪ੍ਰੀ ਡਾਇਬਟਿਕ ਸਟੇਜ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਵੀ ਕੋਈ ਸਰੀਰ ਸੰਕੇਤ ਦਿੰਦਾ ਹੈ, ਜਾਂ ਉਹ ਇੱਕ ਰਾਤ ਦੇ ਵਿੱਚ ਹੀ ਹੋ ਜਾਂਦਾ ਹੈ ਜਿਹੜਾ ਸਾਰਾ ਸਿਸਟਮ ਤੁਸੀਂ ਕਹਿ ਰਹੇ ਹੋ? ਉਸ ਤੋਂ ਪਹਿਲਾਂ ਕੁਝ ਸਿੰਪਟਮ ਹੁੰਦੇ ਨੇ ਸ਼ੂਗਰ ਹੋਣ ਤੋਂ ਪਹਿਲਾਂ? ਬਿਲਕੁਲ ਸਰ, ਲੱਛਣ ਹਰ ਬਿਮਾਰੀ ਦੇ ਹੁੰਦੇ ਨੇ, ਲੇਕਿਨ ਅਸੀਂ ਕਈ ਵਾਰੀ ਇਗਨੋਰ ਕਰ ਜਾਂਦੇ ਆ, ਕਈ ਵਾਰੀ ਸਾਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਹੈਗਾ। ਲੱਛਣ ਦੇਖੋ, ਇਹਦੇ ਵਿੱਚ ਇੱਕ ਚੀਜ਼ ਹੈਗੀ ਆ ਵੀ ਜਦੋਂ ਵੀ ਕੋਈ ਬੰਦਾ ਜਿਹੜਾ ਹੈਗਾ ਆ ਉਹਨੂੰ ਲੋੜ ਤੋਂ ਵੱਧ ਥਕਾਵਟ ਮਹਿਸੂਸ ਹੁੰਦੀ ਆ, ਲੋੜ ਤੋਂ ਜ਼ਿਆਦਾ ਮਾੜਾ ਜਿਹਾ ਕੰਮ ਕੀਤਾ ਥਕਾਵਟ ਆ, ਉਸ ਬੰਦੇ ਨੂੰ ਵਾਰ-ਵਾਰ ਪਿਆਸ ਲੱਗਦੀ ਹੈ, ਮੂੰਹ ਸੁੱਕਣਾ ਸ਼ੁਰੂ ਹੋ ਜਾਂਦਾ ਉਹਦਾ, ਥੋੜੇ ਚਿਰ ਬਾਅਦ ਇੱਦਾਂ ਹੁੰਦੀ ਵੀ ਮੈਂ ਪਾਣੀ ਪੀਵਾਂ, ਉਹਨੂੰ ਥੋੜੇ ਚਿਰ ਬਾਅਦ ਭੁੱਖ ਲੱਗਦੀ ਆ, ਬੰਦਾ ਬਾਰ-ਬਾਰ ਟੋਲਦਾ ਵੀ ਮੈਂ ਕੁਝ ਖਾਵਾਂ, ਖੂਹ ਪੈਣੀ ਸ਼ੁਰੂ ਹੋ ਜਾਂਦੀ ਆ। ਉਹ ਬੰਦਾ ਜਿਹੜਾ ਹੈਗਾ ਉਹਨੂੰ ਧੁੰਦਲਾਪਨ ਅੱਖਾਂ ਦੇ ਵਿੱਚ ਆਉਣਾ, ਮਤਲਬ ਨਜ਼ਰ ਜਿਹੜੀ ਹੈਗੀ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਹੌਲੀ-ਹੌਲੀ ਮਹਿਸੂਸ ਹੁੰਦਾ ਹੈਗਾ ਵੀ ਉਹਦੀ ਸੈਕਸੁਅਲ ਪਾਵਰ ਜਿਹੜੀ ਹੈਗੀ ਆ ਜੈਂਟਸ ਦੀ ਉਹ ਘਟਣੀ ਸ਼ੁਰੂ। ਤੁਸੀਂ ਪਿਸ਼ਾਬ ਕਰਦੇ ਹੋ, ਦੇਖੋ ਸ਼ੂਗਰ ਜਿਹੜੀ ਹੈਗੀ ਆ, ਮਧੂਮੇਹ ਦੇ ਕਈ ਨਾਂ, ਇਹਨੂੰ ਸ਼ੱਕਰ ਰੋਗ ਵੀ ਕਹਿੰਦੇ ਆ। ਸ਼ੱਕਰ ਰੋਗ ਹੈਗਾ ਵਾ ਜਦੋਂ ਤੁਹਾਡੇ ਸਰੀਰ ਦੇ ਵਿੱਚ, ਤੁਹਾਡੇ ਖੂਨ ਦੇ ਵਿੱਚ ਮਿੱਠਾ ਵੱਧ ਗਿਆ, ਸ਼ੱਕਰ ਰੋਗ ਹੋ ਗਿਆ। ਮਧੂਮੇਹ ਵੀ ਇਹਨੂੰ ਕਹਿੰਦੇ ਹੈਗੇ ਆ। ਮਧੂ ਔਰ ਮੇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ। ਮਧੂ ਇਹਨੂੰ ਆਪਾਂ ਸ਼ਹਿਦ ਕਹਿ ਸਕਦੇ ਹਾਂ, ਤੇ ਮੇਹ ਜਿਹੜਾ ਹੈਗਾ ਉਹ ਪਿਸ਼ਾਬ ਹੁੰਦਾ ਹੈ। ਜਦੋਂ ਤੁਹਾਡਾ ਪਿਸ਼ਾਬ ਸ਼ਹਿਦ ਵਾਂਗ ਹੋਣਾ ਸ਼ੁਰੂ ਹੋ ਜਾਵੇ, ਸ਼ਹਿਦ ਵਰਗਾ, ਜਾਣੀ ਥੋੜਾ ਜਿਹਾ ਗੰਧਲਾ, ਥੋੜਾ ਜਿਹਾ ਗਾੜਾ ਪੀਲਾਪਨ ਆਉਣਾ ਸ਼ੁਰੂ ਹੋ ਜਾਵੇ ਉਹਦੇ ਵਿੱਚ, ਤਾਂ ਤੁਹਾਨੂੰ ਸ਼ੂਗਰ ਉਹਦੀ ਸ਼ੁਰੂਆਤ ਹੋ ਚੁੱਕੀ ਆ। ਔਰ ਤੁਸੀਂ ਪਿਸ਼ਾਬ ਕਰਦੇ ਹੋ, ਤੁਹਾਡੇ ਪਿਸ਼ਾਬ ਦੇ ਨੇੜੇ ਤੇੜੇ ਕੀੜੀਆਂ, ਕਾਢੇ ਜਿਹੜੇ ਹੈਗੇ ਆ, ਮਿੱਠਾ ਆਉਣਾ ਸ਼ੁਰੂ ਹੋ ਜਾਂਦਾ ਨਾ ਪਿਸ਼ਾਬ ਰਾਹੀਂ, ਉਹ ਇਕੱਠੇ ਹੋਣੇ ਸ਼ੁਰੂ ਹੋ ਜਾਣ ਤਾਂ ਉਹ ਸਮਝ ਲਓ ਵੀ ਤੁਹਾਨੂੰ ਸ਼ੂਗਰ ਜਿਹੜੀ ਹੈਗੀ ਹੋ ਰਹੀ ਆ। ਸੋ ਇਸ ਤਰ੍ਹਾਂ ਦੇ ਇਹ ਲੱਛਣ ਸਾਡੇ ਸਰੀਰ ਦੇ ਵਿੱਚ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ। ਅੱਛਾ, ਇੱਕ ਗੱਲ ਹੋਰ ਦੱਸੋ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਲਾਈਫ ਸਟਾਈਲ ਡਿਸਆਰਡਰ ਹੈਗਾ, ਅਸੀਂ ਬਗੈਰ ਦਵਾਈਆਂ ਤੋਂ, ਬਗੈਰ ਟੈਸਟਾਂ ਤੋਂ ਆਪਣੀ ਸ਼ੂਗਰ ਠੀਕ ਕਰ ਸਕਦੇ ਹਾਂ, ਜਾਂ ਸ਼ੂਗਰ ਠੀਕ ਰੱਖ ਸਕਦੇ ਹਾਂ? ਬਿਲਕੁਲ ਰੱਖ ਸਕਦੇ ਹਾਂ ਜੀ। ਦੇਖੋ, ਪਹਿਲਾਂ ਤਾਂ ਆਪਾਂ ਗੱਲ ਕਰੀਏ ਵੀ ਜਿਹੜੀ ਸ਼ੂਗਰ ਹੈ, ਆਪਾਂ ਦੇਖਣਾ ਇਹ ਹੁੰਦਾ ਹੈ ਵੀ ਸ਼ੂਗਰ ਹੈਗੀ ਕਿਹਨੂੰ ਆ, ਕਿੰਨੀ ਸ਼ੂਗਰ ਹੋਣੀ ਚਾਹੀਦੀ ਹੈ। ਦੇਖੋ, ਆਪਾਂ ਨਾਰਮਲ ਲੈਬ ਤੇ ਜਾਂਦੇ ਹੋ, ਆਪਾਂ ਸ਼ੂਗਰ ਟੈਸਟ ਕਰਵਾਉਂਦੇ ਹੋ, ਉਹਦੇ ਵਿੱਚ ਰੇਟਿੰਗ ਕੀ ਹੁੰਦੀ ਆ? 70 ਤੋਂ 110। ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਕਿਸੇ ਟਾਈਮ ਦੇ ਉੱਤੇ 160 ਹੁੰਦੀ ਸੀ, 160 ਤੋਂ ਘਟਦੀ 110 ਤੱਕ ਆ ਗਈ ਹੈ। ਹੁਣ ਜੇ ਮੰਨ ਲਓ ਤੁਸੀਂ ਇਹ ਦੇਖੋ ਵੀ ਜੇ ਕਿਸੇ ਨੂੰ 115 120 ਵੀ ਆ ਗਈ, ਉਹ ਬੰਦਾ ਵੀ ਚਿੰਤਾਗ੍ਰਸਤ ਹੋ ਜਾਂਦਾ ਵੀ ਮੈਨੂੰ ਸ਼ੂਗਰ ਹੋ ਗਈ ਹੈ। ਕਿਸੇ ਟਾਈਮ ਤੇ ਇਹ ਜਿਹੜਾ ਲੈਵਲ ਆ 160 ਹੁੰਦਾ ਸੀ, ਮਤਲਬ ਉਦਾਂ ਹੀ ਬੰਦੇ ਨੂੰ 160 ਤੱਕ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਦੂਜੇ ਨੰਬਰ ਤੇ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੋਰ ਹੈਗੀ ਆ, ਉਹ ਇਹ ਆ ਜੀ ਵੀ ਦੇਖੋ, ਇੱਕ ਬੱਚਾ ਉਹ 10 ਸਾਲ ਦਾ, ਇੱਕ 20 ਸਾਲ ਦਾ ਗੱਭਰੂ ਜਵਾਨ ਆ, ਜਵਾਨੀ 'ਚ ਪੈਰ ਰੱਖਿਆ ਹੋਇਆ। ਇੱਕ ਜਿਹੜਾ ਹੈਗਾ ਉਹ ਥੋੜ੍ਹੀ ਜਿਹੀ ਜਵਾਨੀ ਢਲਣੀ ਸ਼ੁਰੂ ਹੋ ਗਈ ਆ, 35 40 ਸਾਲ ਵੱਧ। ਇੱਕ ਉਹ 70 80 ਸਾਲ ਦਾ ਬਜ਼ੁਰਗ ਹੈ। ਸਾਰਿਆਂ ਦੇ ਸ਼ੂਗਰ ਦੀ ਜਿਹੜੀ ਰੇਂਜ ਆ, ਜਾਂ ਸ਼ੂਗਰ ਦਾ ਜਿਹੜਾ ਲੈਵਲ ਆ, ਉਹ ਇੱਕ ਕਿੱਦਾਂ ਹੋ ਸਕਦਾ? ਅੱਛਾ, ਪਰ ਅਸੀਂ ਤਾਂ ਇਹ ਸੋਚਦੇ ਹਾਂ ਕਿ ਬੱਚੇ ਦੀ ਸ਼ੂਗਰ ਵੀ ਟੈਸਟ ਕਰਾ ਲਓ ਇੱਕੋ ਹੀ ਰੇਟਿੰਗ ਤੇ, ਜੇ ਗੜਬੜ ਹੈ ਤਾਂ ਗੜਬੜ ਹੈ, ਅਸੀਂ ਜਵਾਨ ਦੀ ਕਰਾ ਲਈਏ, ਅਸੀਂ ਬਜ਼ੁਰਗ ਦੀ ਕਰਾ ਲਈਏ, ਇਹ ਕੀ ਗੱਲ ਬਣੀ ਜੀ? ਕਿੱਦਾਂ ਹੋ ਸਕਦੀ ਹੈ ਸਰ? ਆਪਾਂ ਨਾਰਮਲ ਬੰਦਾ ਦਿਨ ਦੇ ਵਿੱਚ 24,000 ਵਾਰੀ ਸਾਹ ਲੈਂਦਾ ਲਗਭਗ, ਹੈ ਨਾ। ਜਿਹੜੇ ਬੱਚੇ 48,000 ਵਾਰੀ ਵੀ ਲੈ ਸਕਦੇ ਆ, ਕਿਉਂਕਿ ਬੱਚਿਆਂ ਦਾ ਸਾਹ ਛੋਟਾ ਹੁੰਦਾ। ਫਰਕ ਹੈ ਇਸ ਚੀਜ਼ ਦਾ। ਇਹ ਕਿਸੇ ਦੀ ਵੀ ਜਿਹੜੀ ਹੈਗੀ ਆ ਉਹ ਇੱਕੋ ਜਿਹੀ ਰੇਟਿੰਗ ਜਿਹੜੀ ਆ ਉਹ ਨਹੀਂ ਹੋ ਸਕਦੀ। ਤੇ ਫਿਰ ਇਹਦਾ ਤੁਹਾਡੇ ਮੁਤਾਬਕ ਰੇਟਿੰਗ ਦਾ ਸਹੀ ਤਰੀਕਾ ਕੀ ਹੈ? ਸਹੀ ਤਰੀਕਾ ਜੀ, ਇੱਕ ਤਾਂ ਨਾਰਮਲ ਆਪਾਂ ਮੰਨ ਕੇ ਚੱਲੀਏ ਵੀ ਜਦੋਂ ਆਪਾਂ ਸ਼ੂਗਰ ਦੇਖਣੀ ਹੈਗੀ ਆ, ਤੁਸੀਂ 100 ਪਲੱਸ ਏਜ, ਤੁਹਾਡੀ ਉਮਰ ਕਿੰਨੀ ਆ, ਇਹਦਾ ਤੁਸੀਂ ਜੋੜ ਕਰ ਲਓ, ਜਿੰਨੀ ਹੈਗੀ ਆ ਖਾਲੀ ਪੇਟ ਤੁਹਾਡੀ 19 ਸ਼ੂਗਰ ਨਾਰਮਲ ਹੈ। ਮੰਨ ਲਓ ਮੇਰੀ ਉਮਰ 35 ਸਾਲ ਹੈ, 135 ਸ਼ੂਗਰ ਤੁਹਾਡੀ ਨਾਰਮਲ ਹੈ, 110 ਵਾਲਾ ਆਪਾਂ ਟੱਪ ਗਏ,
ਖਾਲੀ ਪੇਟ। ਅੱਛਾ। ਠੀਕ ਹੈ ਜੀ, ਖਾਲੀ ਪੇਟ ਮੈਂ ਇਸ ਕਰਕੇ ਕਹਿ ਰਿਹਾ ਵੀ ਤੁਸੀਂ ਰਾਤ ਨੂੰ ਕਣਕ ਦੀਆਂ 2 ਰੋਟੀਆਂ ਵੱਧ ਖਾ ਕੇ ਸੌਂਗਾ, ਸਵੇਰ ਨੂੰ ਚੈੱਕ ਕਰੋਗੇ ਤਾਂ ਵਧੀਆ ਹੀ ਹੋਣੀ ਆ ਉਹ। ਜੀ ਤੁਸੀਂ ਤਾਂ ਇੱਕ ਬੰਦੇ ਨੂੰ ਕਹਿ ਰਹੇ ਸੀ ਕਿ ਆਪਣੀ 3 ਮਹੀਨੇ ਵਾਲੀ ਸ਼ੂਗਰ ਚੈੱਕ ਕਰੋ, ਉਹ ਕੀ ਹੁੰਦੀ ਹੈ ਜੀ? ਮੇਨ ਜਿਹੜਾ ਆਪਾਂ ਮੰਨਦੇ ਹੈਗੇ ਆ ਸ਼ੂਗਰ ਦਾ ਟੈਸਟ ਹੈ ਜਿਹੜਾ, ਉਹ 3 ਮਹੀਨੇ ਵਾਲਾ ਹੀ ਹੁੰਦਾ, HbA1c ਜਿਹਨੂੰ ਕਹਿੰਦੇ ਹੈਗੇ ਆ ਆਪਾਂ। ਇਹੀ ਟੈਸਟ ਜਿਹੜਾ ਆ ਉਹ ਬੈਟਰ ਆ ਸਾਡੇ ਲਈ, ਕਿਉਂਕਿ ਬਲੱਡ ਦਾ ਟੈਸਟ ਹੋਣਾ ਹੁੰਦਾ ਇਹ 3 ਮਹੀਨੇ ਬਾਅਦ ਹੁੰਦਾ। ਇਹੀ ਸਾਨੂੰ ਅਸਲੀ ਰੇਂਜ ਜਿਹੜੀ ਹੈਗੀ ਆ ਇਹ ਦੱਸਦਾ ਹੈ ਵੀ ਤੁਹਾਡਾ ਲੈਵਲ ਕਿੱਥੇ ਹੈਗਾ ਹੈ। ਔਰ ਜਦੋਂ ਆਪਾਂ ਦੇਖਦੇ ਹੈਗੇ ਆ ਵੀ ਸਾਡਾ ਜਿਹੜਾ ਸ਼ੂਗਰ ਦਾ ਲੈਵਲ ਹੈ ਉਹ 5.5 ਤੋਂ 6.5 ਤੱਕ ਆ, ਤਾਂ ਤੁਸੀਂ ਬਾਰਡਰ ਲਾਈਨ ਤੇ ਹੋ, ਤੁਸੀਂ ਪ੍ਰੀ ਡਾਇਬਟਿਕ ਹੋ। ਜਦੋਂ ਇਹ 6.5 ਤੋਂ ਅਸੀਂ ਟੱਪ ਜਾਂਦੇ ਆ, ਜਦੋਂ ਟੱਪ ਜਾਂਦੇ ਆ ਉਸ ਵੇਲੇ ਆਪਾਂ ਕਹਿੰਦੇ ਆ ਵੀ ਤੁਸੀਂ ਡਾਇਬਟਿਕ ਹੋ ਗਏ ਆ। ਸੋ ਆਪਾਂ ਇਹਨੂੰ ਰਿਵਰਸ ਕਰਨਾ ਹੁੰਦਾ ਹੈ। ਅਸਲ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਇਹਨੂੰ ਰਿਵਰਸ ਕਰਨਾ, ਆਪਾਂ ਵਾਪਸ ਲੈ ਕੇ ਆਉਣਾ ਹੈਗਾ। ਵਾਪਸ ਸਵਾਲ ਹੁਣ ਇੱਥੇ ਇਹ ਹੈ, ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਹਾ, ਵਾਪਸ ਕਿਹੜੇ ਲੋਕਾਂ ਦੀ ਆਊਗੀ? ਬਿਲਕੁਲ ਸਾਫ਼ ਔਰ ਬੜੀ ਇਮਾਨਦਾਰੀ ਨਾਲ ਤੁਸੀਂ ਇਹਦਾ ਜਵਾਬ ਦੇਣਾ ਹੈ ਕਿ ਕਿਹੜੇ ਲੋਕਾਂ ਦੀ ਸ਼ੂਗਰ ਹੈਗੀ ਹੈ ਔਰ ਰਿਵਰਸਰ ਹੋ ਸਕਦੀ ਹੈ, ਵਾਪਸ ਹੋ ਸਕਦੀ ਹੈ। ਦੇਖੋ ਸ਼ੂਗਰ ਜਿਹੜੀ ਹੈ ਸਰ, ਅਸੀਂ ਮੰਨਦੇ ਹਾਂ 3 ਟਾਈਪ ਦੀ ਸ਼ੂਗਰ ਹੈ, ਟਾਈਪ 1, ਟਾਈਪ 2 ਔਰ ਟਾਈਪ 3 ਹੈਗੀ ਹੈ ਜਿਹੜੀ ਸ਼ੂਗਰ ਹੈਗੀ ਆ। ਟਾਈਪ 1 ਸ਼ੂਗਰ ਜਿਹੜੀ ਜੈਨੇਟਿਕ ਹੁੰਦੀ ਹੈਗੀ, ਜਨਮਜਾਤ ਸ਼ੂਗਰ। ਇਹ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਉਹ ਇੱਕ ਬੰਦਾ ਜਿੱਦਾਂ ਜਿਹਨੂੰ ਸ਼ੂਗਰ ਹੈਗੀ ਆ ਉਹ ਗਾਹਾਂ ਫਿਰ ਜੀਨਸ ਦੇ ਵਿੱਚ ਜਾਂਦੀ ਹੈਗੀ ਆ, ਔਰ ਇਹਦੇ ਵਿੱਚ ਕ੍ਰਾਸ ਵੀ ਹੋ ਜਾਂਦਾ ਕਈ ਵਾਰੀ। ਮੰਨ ਲਓ ਜੇ ਮਾਂ ਨੂੰ ਸ਼ੂਗਰ ਹੈ ਨਾ ਤਾਂ ਉਹਦੇ ਬੇਟੇ ਨੂੰ ਜਿਹੜਾ ਹੈਗਾ ਹੋਣ ਦੇ ਵੱਧ ਚਾਂਸ ਰਹਿੰਦੇ ਆ, ਜੇ ਬਾਪ ਨੂੰ ਆ ਤਾਂ ਉਹ ਧੀ ਨੂੰ ਹੋਣ ਦੇ ਵੱਧ ਚਾਂਸ ਰਹਿੰਦੇ ਆ। ਕ੍ਰਾਸ ਜਿਹੜਾ ਹੈਗਾ ਇਦਾਂ ਹੁੰਦੀ ਹੈਗੀ ਆ, ਕਈ ਵਾਰੀ ਇੱਕ ਪੀੜ੍ਹੀ ਛੱਡ ਵੀ ਜਾਂਦੀ ਆ। ਸੋ ਆਪਾਂ ਜਿਹੜਾ ਹੈਗਾ ਉਹ ਇੱਕ ਚੀਜ਼ ਕਰਨੀ ਹੈ ਇਹਦੇ ਵਿੱਚ ਬਈ ਜਿਹੜੀ ਜਨਮਜਾਤ ਸ਼ੂਗਰ ਹੈ, ਦੇਖੋ ਉਹ ਰਿਵਰਸ ਹੋਣੀ ਬਹੁਤ ਮੁਸ਼ਕਲ ਹੈ, ਲੇਕਿਨ ਨਾਮੁਮਕਿਨ ਤਾਂ ਫਿਰ ਵੀ ਨਹੀਂ। ਮੁਮਕਿਨ ਨਹੀਂ ਹੈ, ਲੇਕਿਨ ਬਹੁਤ ਰੇਅਰ ਚਾਂਸ ਹੁੰਦੇ ਆ। ਉਹਦੇ ਵਿੱਚ ਦਵਾਈ ਦੇ ਨਾਲ ਨਾਲ ਜਿਹੜਾ ਮਰੀਜ਼ ਹੈਗਾ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ। ਉਹਦੇ ਵਿੱਚ ਚੱਕਰ ਇਹ ਹੈਗਾ ਆ ਕਿਉਂਕਿ ਜਿਹੜਾ ਪੈਂਕਰੀਆਜ਼ ਹੈ, ਜਿਹੜਾ ਅਗਨਾਸ਼ਯ ਹੈ ਸਰ, ਉਹ ਕੰਮ ਹੀ ਨਹੀਂ ਕਰ ਰਿਹਾ, ਉਹ ਕੰਮ ਹੀ ਨਹੀਂ ਕਰ ਰਿਹਾ। ਜੇ ਉਹ ਕੰਮ ਕਰੇਗਾ ਤਾਂ ਇਨਸੂਲਿਨ ਬਣੇਗੀ, ਉਹ ਉਹਨਾਂ ਨੂੰ ਫਿਰ ਇਨਸੂਲਿਨ ਜਿਹੜੀ ਹੈਗੀ ਆ ਉਹ ਲੈਣੀ ਪੈਂਦੀ ਆ। ਲੇਕਿਨ ਆਪਾਂ ਦਵਾਈ ਦੇ ਨਾਲ ਇਨਸੂਲਿਨ ਦੀ ਮਾਤਰਾ ਜਿਹੜੀ ਹੈਗੀ ਆ ਉਹ ਘਟਾ ਸਕਦੇ ਆ। ਇੱਕ ਟਾਈਪ 2 ਹੁੰਦੀ ਆ, ਟਾਈਪ 2 100% ਠੀਕ ਹੋਣ ਯੋਗ ਆ, ਇੱਥੇ ਆਪਾਂ ਬਾਅਦ ਚਰਚਾ ਕਰਦੇ ਹਾਂ। ਲੇਕਿਨ ਜਿਹੜੀ ਟਾਈਪ 3 ਆ, ਟਾਈਪ 3 ਜਿਹੜੀ ਹੈਗੀ ਆ ਸ਼ੂਗਰ, ਉਹ ਜ਼ਿਆਦਾਤਰ ਹੁੰਦੀ ਆ ਗਰਭਵਤੀ ਔਰਤਾਂ ਨੂੰ, ਜਦੋਂ ਉਹ ਪ੍ਰੈਗਨੈਂਸੀ ਦੇ ਦਰਮਿਆਨ ਹੁੰਦੀਆਂ ਹੈਗੀਆਂ। ਮੈਨੂੰ ਬਹੁਤ ਸਾਰੀਆਂ ਸਾਡੀ ਬੀਬੀਆਂ ਭੈਣਾਂ ਦਾ ਫੋਨ ਆਇਆ ਕਿ ਪ੍ਰੈਗਨੈਂਸੀ ਤੋਂ ਪਹਿਲਾਂ ਮੈਂ ਬਿਲਕੁਲ ਨਾਰਮਲ ਸੀ, ਡਿਲੀਵਰੀ ਹੋਈ ਤੇ ਫਿਰ ਮੈਨੂੰ ਸ਼ੂਗਰ ਹੋ ਗਈ। ਬਿਲਕੁਲ, ਜਦੋਂ ਪ੍ਰੈਗਨੈਂਸੀ ਹੁੰਦੀ ਆ ਉਸ ਵੇਲੇ ਸ਼ੂਗਰ, ਕਈ ਹਾਰਮੋਨਸ ਜਿਹੜੇ ਉੱਪਰ ਥੱਲੇ ਹੁੰਦੇ ਆ ਲੇਡੀਜ਼ ਦੇ, ਉਸ ਵੇਲੇ ਉਹ ਕਈ ਵਾਰੀ ਡਾਇਬਟਿਕ ਹੋ ਜਾਂਦੇ ਆ। ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜਦੋਂ ਡਿਲੀਵਰੀ ਹੋ ਜਾਂਦੀ ਉਹਨਾਂ ਦੀ ਤੇ ਇਹ ਪ੍ਰੋਬਲਮ ਠੀਕ ਹੋ ਜਾਂਦੀ ਆ। ਲੇਕਿਨ ਜਿਨ੍ਹਾਂ ਦੀ ਨਹੀਂ ਹੁੰਦੀ ਉਹ ਆਪਣੇ ਆਪ ਇਹ ਜਿਹੜੀ ਟਾਈਪ 3 ਆ ਇਹ ਟਾਈਪ 2 ਦੇ ਵਿੱਚ ਕਨਵਰਟ ਹੋ ਜਾਂਦਾ। ਫਿਰ ਉਹ ਫਿਰ ਜਿਹੜਾ ਹੈਗਾ ਆ ਉਹਨਾਂ ਨੂੰ ਵੀ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪਊਗਾ, ਉਹਨਾਂ ਨੂੰ ਵੀ ਆਪਣਾ ਜਿਹੜਾ ਮੈਟਾਬੋਲਿਕ ਡਿਸਆਰਡਰ ਹੈਗਾ ਉਹਨੂੰ ਆਰਡਰ ਦੇ ਵਿੱਚ ਲੈ ਕੇ ਆਉਣਾ ਪਊਗਾ, ਉਹਨੂੰ ਇੱਕ ਬਿਲਕੁਲ ਸਾਧਿਆ ਹੋਇਆ ਜਿਹੜਾ ਜੀਵਨ ਆ ਉਹਦੇ ਵਿੱਚ ਲੈ ਕੇ ਆਉਣਾ ਪਊਗਾ। ਔਰ ਜਿਹੜੀ ਆਪਾਂ ਗੱਲ ਕੀਤੀ ਸੀ ਵੀ ਕਿਹਨਾਂ ਦਾ ਰਿਵਰਸ ਹੋ ਸਕਦਾ, ਉਹ ਸਰ ਟਾਈਪ 2 ਵਾਲੇ ਹੈਗੇ ਆ ਜਿਹੜੇ ਨਾਰਮਲ ਤੌਰ ਤੇ ਉੱਤੇ ਆਪਣੀ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਗੋਲੀਆਂ ਖਾ ਰਹੇ ਆ, ਸਵੇਰੇ ਸ਼ਾਮ ਗੋਲੀਆਂ ਲੈ ਰਹੇ ਆ। ਉਹਨਾਂ ਦੀ 100% ਜਿਹੜੀ ਸ਼ੂਗਰ ਆ ਉਹ ਬਿਲਕੁਲ ਠੀਕ ਹੋ ਸਕਦੀ ਆ। ਕਿਉਂਕਿ ਸ਼ੂਗਰ ਹੈ ਕੀ ਆ ਸਰ, ਸ਼ੂਗਰ ਜਿੱਦਾਂ ਆਪਾਂ ਇਹਦੇ 3-4 ਤਰੀਕੇ ਦੇ ਨਾਲ ਆਪਾਂ ਇਹਨੂੰ ਦੇਖਦੇ ਹੈਗੇ ਆ। ਜਦੋਂ ਗਲੂਕੋਜ਼ ਦੀ ਮਾਤਰਾ ਸਾਡੇ ਖੂਨ ਦੇ ਵਿੱਚ ਵੱਧ ਜਾਂਦੀ ਆ, ਗਲੂਕੋਜ਼ ਕੀ ਹੈਗਾ ਸਰ, ਗਲੂਕੋਜ਼ ਸਾਡੇ ਸਰੀਰ ਨੂੰ ਊਰਜਾ ਦਿੰਦਾ, એનર્ਜੀ ਦਿੰਦਾ ਹੈ। ਜਿਹੜਾ ਪੈਂਕਰੀਆਜ਼ ਆ, ਅਗਨਾਸ਼ਯ ਜਿਹੜਾ ਹੈਗਾ ਆ, ਇਹਦੇ ਵਿੱਚੋਂ ਜਿਹੜਾ ਹਾਰਮੋਨ ਰਿਲੀਜ਼ ਹੁੰਦਾ ਜਿਹਨੂੰ ਆਪਾਂ ਇਨਸੂਲਿਨ ਕਹਿੰਦੇ ਆ, ਆਪਾਂ ਇਹਨੂੰ ਲੌਕ ਔਰ ਕੀ ਦੇ ਵਾਂਗ ਦੇਖਾਂਗੇ। ਜਿਹੜਾ ਗਲੂਕੋਜ਼ ਆ ਇੱਕ ਲੌਕ ਆ, ਜਿਹੜੀ ਇਨਸੂਲਿਨ ਆ ਇਹ ਜਿਹੜੀ ਹੈਗੀ ਆ ਕੀ ਆ। ਜਦੋਂ ਇਹ ਜਾਂਦੀ ਆ ਤਾਂ ਲੌਕ ਖੋਲ ਦਿੰਦੀ ਆ ਔਰ ਉਹ ਜਿਹੜਾ ਗਲੂਕੋਜ਼ ਆ ਉਹਦੇ ਵਿੱਚ ਫਿਰ એનર્ਜੀ ਨਿਕਲਦੀ ਆ। ਉਹ એનર્ਜੀ ਜਿਹੜੀ ਹੈਗੀ ਆ ਸਾਡੇ ਸਰੀਰ ਦੇ ਜਿਹੜੇ ਕਰੋੜਾਂ ਹੀ ਸੈੱਲ ਆ ਉਹਨਾਂ ਸੈੱਲਾਂ ਨੂੰ ਜਾ ਕੇ એનર્ਜੀ ਦਿੰਦੀ, ਊਰਜਾ ਦਿੰਦੀ ਆ ਔਰ ਸਾਡਾ ਸਰੀਰ ਤੰਦਰੁਸਤ ਰਹਿੰਦਾ, ਅਸੀਂ ਬਿਮਾਰੀਆਂ ਤੋਂ ਬਚਦੇ ਆ। ਤੇ ਜਿਹੜੇ ਲੋਕ ਇਨਸੂਲਿਨ ਲਗਾ ਰਹੇ ਨੇ ਜੀ ਡਾਕਟਰ ਸਾਹਿਬ, ਫਿਰ ਇਨਸੂਲਿਨ ਬੰਦ ਹੋ ਸਕਦੀ ਹੈ? ਉਹਦੀ ਮਾਤਰਾ ਘਟ ਸਕਦੀ ਆ, ਉਹਨੂੰ ਆਪਾਂ ਹੌਲੀ ਹੌਲੀ ਇੱਥੋਂ ਤੱਕ ਲੈ ਆਵਾਂਗੇ ਵੀ ਉਹਨੂੰ ਇਨਸੂਲਿਨ ਨਾ ਲੈਣੀ ਪਵੇ, ਤੋਂ ਦਵਾਈ ਜਿਹੜੀ ਖਾਣ ਵਾਲੀ ਹੋਵੇ ਉਹਦੇ ਨਾਲ ਹੀ ਉਹਨਾਂ ਦਾ ਗੁਜ਼ਾਰਾ ਚੱਲਦਾ ਰਹੇ, ਪਰ ਉਹਨਾਂ ਨੂੰ ਦਵਾਈ ਹਮੇਸ਼ਾ ਲੈਣੀ ਪਏਗੀ।
ਕਿਉਂਕਿ ਜੀ ਜੀ ਕਿ ਫਿਰ ਜੀ ਜੀ ਜਿਹੜਾ ਪੈਂਕਰੀਆਜ਼ ਹੈ ਨਾ, ਕਿਉਂਕਿ ਕੰਮ ਨਹੀਂ ਕਰ ਰਿਹਾ ਐਕਚੁਅਲੀ। ਪੈਂਕਰੀਆਜ਼ ਜਿਹੜਾ ਹੈਗਾ ਆ ਉਹਦੀ ਉਹ ਜ਼ਰੂਰੀ ਹੈ ਨਾ, ਉਹਨੇ ਇਨਸੂਲਿਨ ਬਣਾਉਣੀ ਆ। ਹੁਣ ਇਹਦੇ ਕਾਰਨ ਕੀ ਹੈਗੇ ਆ? ਜਿਹੜਾ ਦੇਖੋ ਟਾਈਪ 1 ਹੈ ਉਹ ਤਾਂ ਜਨਮਜਾਤ ਆਵੇ, ਉਹ ਇਨਸੂਲਿਨ ਬਣਾਏ ਨਹੀਂ ਰਿਹਾ। ਲੇਕਿਨ ਜਿਹੜੇ ਟਾਈਪ 2 ਵਾਲੇ ਉਹਨਾਂ ਦਾ ਪੈਂਕਰੀਆਜ਼ ਕੰਮ ਕਿਉਂ ਨਹੀਂ ਕਰ ਰਿਹਾ? ਇੱਕ ਤਾਂ ਫੈਟ ਕਾਰਨ ਹੈ, ਜਿਨ੍ਹਾਂ ਦਾ ਲੀਵਰ ਫੈਟੀ ਆ ਜਾਂ ਨਾਰਮਲ ਫੈਟ ਹੋ ਗਏ। ਤੁਸੀਂ ਦੇਖੋ ਸ਼ੂਗਰ ਵਾਲਿਆਂ ਦੇ ਜ਼ਿਆਦਾਤਰ ਪੇਟ ਜਿਹੜੇ ਹੈਗੇ ਆ ਮੋਟੇ ਹੋ ਜਾਂਦੇ ਆ। ਕਈ ਬੰਦੇ ਪਤਲੇ ਵੀ ਹੁੰਦੇ ਆ ਲੇਕਿਨ ਉਹਨਾਂ ਦੇ ਅੰਦਰ ਫੈਟ ਹੁੰਦੇ ਆ। ਉਹ ਜਿਹੜੀ ਫੈਟ ਆ ਉਹ ਸਰ ਕਵਰ ਕਰ ਲੈਂਦੀ ਹੈ ਅਗਨਾਸ਼ਯ ਨੂੰ, ਪੈਂਕਰੀਆਜ਼ ਨੂੰ। ਹੁਣ ਜਦੋਂ ਉਹਨੂੰ ਕਵਰ ਹੀ ਕਰ ਲਿਆ ਜਾ ਕੇ, ਉਹ ਸਾਡੇ ਜਿਹੜਾ ਅੰਗ ਹੈਗਾ ਉਹਨੂੰ ਕਵਰ ਕਰ ਲਿਆ ਫੈਟ ਨੇ, ਤਾਂ ਫਿਰ ਫੈਟ ਜੇ ਉੱਪਰ ਆ ਗਈ ਤਾਂ ਫਿਰ ਇਨਸੂਲਿਨ ਰਿਲੀਜ਼ ਕਿੱਥੋਂ ਹੋਣੇ ਆ? ਮਤਲਬ ਕਵਰ ਕਰ ਲੈਂਦੀ ਹੈ, ਕਵਰ ਕਰ ਲੈਂਦੀ ਹੈ, ਫੈਟ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ। ਜਾਂ ਆਪਾਂ ਕਹੀਏ ਫੈਟੀ ਸੈੱਲ ਆ ਜਿਹੜੇ ਪੈਂਕਰੀਆਜ਼ ਦੇ ਵਿੱਚ ਬੀਟਾ ਸੈੱਲ ਹੁੰਦੇ ਆ, ਜਿਹੜੇ ਇਨਸੂਲਿਨ ਬਣਾਉਂਦੇ ਆ, ਪ੍ਰੋਡਿਊਸ ਕਰਦੇ ਆ, ਉਹ ਫੈਟੀ ਸੈੱਲ ਨੇ ਬੀਟਾ ਸੈੱਲ ਆ ਜਿਹੜੇ ਉਹਨਾਂ ਨੂੰ ਕਵਰ ਕਰ ਦੇਣਾ, ਉਹਨਾਂ ਨੂੰ ਇੱਕ ਕਿਸਮ ਦਾ ਢਾਹ ਲਿਆ ਜਾ ਕੇ, ਹੈ ਨਾ। ਹੁਣ ਉਹ ਕਿੱਥੋਂ ਪ੍ਰੋਡਕਸ਼ਨ ਕਰਨਗੇ ਬੀਟਾ ਸੈੱਲ ਜਿਹੜੇ ਹੈਗੇ ਆ? ਹੁਣ ਕਰਨਾ ਕੀ ਹੁੰਦਾ ਆ? ਇਹ ਜਿਹੜੀ ਫੈਟ ਆ ਸਾਡੇ ਸਰੀਰ ਦੇ ਵਿੱਚੋਂ ਇਹਨੂੰ ਖਤਮ ਕਰਨਾ ਹੁੰਦਾ। ਇਹ ਪੈਂਕਰੀਆਜ਼ ਆ ਜਿਹੜਾ ਉਹਦੀ ਸਫਾਈ ਕਰਨੀ ਹੁੰਦੀ ਆ। ਤੇ ਪੈਂਕਰੀਆਜ਼ ਦੀ ਸਫਾਈ ਹੋ ਗਈ, ਬੀਟਾ ਸੈੱਲ ਜਿਹੜੇ ਹੈਗੇ ਆ ਉਹਨਾਂ ਦੀ ਸਫਾਈ ਹੋ ਗਈ, ਉਹ ਫਿਰ ਰੀਜਨਰੇਟ ਹੋਣੇ ਸ਼ੁਰੂ ਹੋ ਜਾਂਦੇ ਆ। ਅੱਛਾ, ਮੈਂ ਤੁਹਾਨੂੰ ਦੱਸਦਾ ਇੱਕ ਨਾਰਮਲ, ਜੇ ਆਪਾਂ ਆਪਣੇ ਘਰ ਦੇ ਵਿੱਚ ਇੱਕ ਚੀਜ਼ ਦੇਖਣੀ ਹੋਵੇ ਵੀ ਆਪਾਂ ਆਪਣੇ ਪੈਂਕਰੀਆਜ਼ ਨੂੰ ਰੀਸਟਾਰਟ ਕਰਨਾ, ਉਹਨੂੰ ਇੱਕ ਵਾਰ ਫਿਰ ਤੋਂ ਆਪਾਂ ਤੰਦਰੁਸਤ ਕਰਨਾ, ਉਹਦੀ ਕਲੀਨਿੰਗ ਕਰਨੀ ਆ, ਤਾਂ ਸਰ ਤੁਸੀਂ ਅੱਧਾ ਲੀਟਰ ਨਿੰਬੂਆਂ ਦਾ ਰਸ ਲੈ ਲੈਣਾ। ਨਿੰਬੂ ਦੇ ਰਸ ਅੱਧਾ ਲੀਟਰ ਲੈ ਲਿਆ, ਉਹਨੂੰ ਕਿਸੇ ਕੱਚ ਦੇ ਭਾਂਡੇ 'ਚ ਪਾ ਕੇ ਰੱਖ ਲਿਆ। ਉਹਦੇ ਵਿੱਚ ਦੋ ਦੇਸੀ ਆਂਡੇ ਉਹ ਸਾਬਤੇ ਉਹਦੇ ਵਿੱਚ ਸੁੱਟ ਦੇਣੇ ਆ। ਉਹਨੂੰ ਕਿਸੇ ਕੱਪੜੇ ਦੇ ਨਾਲ ਢੱਕ ਕੇ ਛਾਵੇਂ ਰੱਖ ਦਿਓ ਉਹਨੂੰ। 15 ਦਿਨ ਬਾਅਦ ਉਹਨੂੰ ਰੋਜ਼ ਉੱਦਾਂ ਹਿਲਾਉਂਦੇ ਰਹਿਣਾ। 15 ਦਿਨ ਬਾਅਦ ਕੱਪੜਾ ਖੋਲ੍ਹੋ, ਉਹਦੇ 'ਚ ਚਮਚਾ ਘੁਮਾਓ ਚੰਗੀ ਤਰ੍ਹਾਂ ਔਰ ਉਹਨੂੰ ਛਾਣ ਲਓ। ਛਾਣ ਕੇ ਉਹਦੇ 2-2 ਚਮਚ ਸਵੇਰੇ ਸ਼ਾਮ ਖਾਲੀ ਪੇਟ ਪੀਣਾ ਸ਼ੁਰੂ ਕਰੋ। ਤੁਹਾਡਾ ਜਿਹੜਾ ਪੈਂਕਰੀਆਜ਼ ਹੈ ਉਹ ਰੀਸਟਾਰਟ ਹੋਣਾ ਸ਼ੁਰੂ ਹੋ ਜਾਏਗਾ। ਠੀਕ ਹੈ ਜੀ। ਇਹ ਚੀਜ਼ ਜਿਹੜੀ ਹੈਗੀ ਆ, ਇਹ ਕੋਈ ਵੀ ਸ਼ੂਗਰ ਦਾ ਪੇਸ਼ੈਂਟ ਹੈ ਜਿਹੜਾ ਉਹ ਕਰ ਸਕਦਾ। ਜਿਹੜੇ ਆਂਡੇ ਹੈਗੇ ਨੇ ਇਹ ਕੱਚੇ ਆਂਡੇ ਸੁੱਟ ਰਹੇ ਨੇ ਦੇਸੀ? ਹਾਂਜੀ, ਦੇਸੀ ਕੱਚੇ ਆਂਡੇ ਸੁੱਟਣੇ ਆਪਾਂ ਐਦੀ, ਉਹ ਡਿਜ਼ੋਲਵ ਹੋ ਜਾਣੇ ਸਰ ਵਿੱਚ, ਹੌਲੀ ਹੌਲੀ ਵਿੱਚ ਘੁਲ ਜਾਣੇ ਆ ਸਾਰੇ। ਠੀਕ ਹੈ ਜੀ, ਕਵਰ ਸਮੇਤ? ਉਹ ਕਵਰ ਸਮੇਤ ਸਾਰਾ ਹੀ ਉਹ ਖਤਮ ਹੋ ਜਾਣੇ ਆ। ਬਾਕੀ ਚਮਚਾ ਫੇਰੋ, ਹਿਲਾ ਲਿਆ ਇਹਨੂੰ ਤੇ ਕੱਪੜਾ ਲਾ ਕੇ ਚਮਚਾ ਫੇਰ ਕੇ ਇਹਨੂੰ ਛਾਣ ਲੈਣਾ ਆਪਾਂ। ਉਹਨੂੰ ਕੱਚ ਦੇ ਭਾਂਡੇ 'ਚ ਦੁਬਾਰਾ ਫਿਰ ਪਾ ਕੇ ਰੱਖ ਲੈਣਾ ਹੈਗਾ। 2-2 ਚਮਚ ਸਵੇਰੇ ਸ਼ਾਮ ਖਾਲੀ ਪੇਟ ਜਿਹੜਾ ਹੈਗਾ ਉਹ ਤੁਸੀਂ ਪੀਣੇ ਸ਼ੁਰੂ ਕਰ ਦੇਣੇ। ਇਹਦੇ ਨਾਲ ਰੀਸਟਾਰਟ ਹੋਣਾ ਸ਼ੁਰੂ ਹੋ ਜਾਏਗਾ। ਤੇ ਜਿਹਨਾਂ ਕੋਲ ਟਾਈਮ ਨਹੀਂ ਹੈਗਾ ਜੀ, ਫਿਰ ਇਹ ਮਤਲਬ ਥੋੜਾ ਨੁਸਖਾ ਟੋਟਕਾ ਅਪਣਾਉਣ ਦਾ, ਉਹ ਕੀ ਕਰਨ? ਦੇਖੋ 2 ਚੀਜ਼ਾਂ ਜੀ। ਉਹਦੇ ਵਾਸਤੇ ਤਾਂ ਤੁਸੀਂ ਗੱਲ ਕਰ ਰਹੇ, ਲੇਕਿਨ ਤੁਹਾਡੇ ਕੋਲ ਵੀ ਕੋਈ ਤਾਂ ਟ੍ਰੀਟਮੈਂਟ ਹੋਊਗਾ। ਦੇਖੋ ਟ੍ਰੀਟਮੈਂਟ ਹੈ ਸਰ। ਟ੍ਰੀਟਮੈਂਟ ਤੋਂ ਪਹਿਲਾਂ ਆਪਾਂ ਮਾੜਾ ਜਿਹਾ ਦੇਖ ਲਈਏ ਜਿਹੜਾ ਅਸੀਂ ਇਹ ਦੇਖੋ ਤੁਸੀਂ ਜਿਹੜਾ ਇਹ ਕੀ ਨਿਕਲੇ ਜੀ ਇਹਦੇ ਵਿੱਚ? ਦੇਖੋ ਤੁਸੀਂ ਉਹਦਾ ਕੀ ਬਣ ਗਿਆ ਜਿਹੜਾ ਆਹ ਦੇਖੋ ਸਰ, ਇਹ ਜਿਹੜਾ ਠੰਡਾ ਜਿਹੜਾ ਆਪਾਂ ਪੀਨੇ ਆ, ਇਹ ਐਦਾਂ ਹੋ ਗਿਆ ਜਿੱਦਾਂ ਤਾਰ ਕੋਲ ਹੁੰਦੀ, ਜਿਹਨੂੰ ਆਪਾਂ ਲੁੱਕ ਕਹਿੰਦੇ ਆ। ਤੇ ਸਰ ਤੁਸੀਂ ਇੱਕ ਚੀਜ਼ ਦਾ ਇਹ ਵੀ ਜਾਣਦੇ ਹੋ ਨਾ ਵੀ ਸਾਡਾ ਸਰੀਰ ਆ ਜਿਹੜਾ, ਜਦੋਂ ਆਪਾਂ ਕੋਈ ਵੀ ਚੀਜ਼ ਖਾਂਦੇ ਆ ਤਾਂ ਸਾਡੇ ਅੰਦਰ ਵੀ ਤਾਂ ਅਗਨੀ ਹੈ ਨਾ। ਅਗਨਾਸ਼ਯ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ। ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ? ਅਗਨਾਸ਼ਯ ਦੀ। ਅਗਨਾਸ਼ਯ ਕੀ ਆ? ਪੈਂਕਰੀਆਜ਼। ਅਗਨਾਸ਼ਯ ਜਾਨੀ ਅਗਨੀ, ਜਿਨ੍ਹਾਂ ਦੇ ਵੀ ਨਾਮ ਲੈ ਲਈਏ, ਜਿਨ੍ਹਾਂ ਦੀਆਂ ਐਡਸ ਬੜੇ ਬੜੇ ਐਕਟਰ ਕਰਦੇ ਆ। ਤੁਸੀਂ ਦੇਖੋ ਅਮਿਤਾਭ ਬੱਚਨ ਇੱਕ ਬ੍ਰਾਂਡ ਦੀ ਐਡਵਰਟੀਜ਼ਮੈਂਟ ਕਰਦਾ ਸੀਗਾ, ਔਰ ਉਹ ਐਡਵਰਟੀਜ਼ਮੈਂਟ ਉਹਨੇ ਉਦੋਂ ਕਰਨੀ ਛੱਡੀ ਜਦੋਂ ਡਾਕਟਰ ਨੇ ਕਹਿਤਾ ਵੀ ਇਹ ਬ੍ਰਾਂਡ ਪੀ ਪੀ ਕੇ ਤੇਰੀਆਂ ਅੰਤੜੀਆਂ ਖਰਾਬ ਹੋ ਗਈਆਂ। ਔਰ ਉਸ ਤੋਂ ਬਾਅਦ ਦੇ ਵਿੱਚ ਅਮਿਤਾਭ ਬੱਚਨ ਨੇ ਐਡ ਕਰਨੀ ਛੱਡ ਦਿੱਤੀ। ਹੁਣ ਅਮਿਤਾਭ ਬੱਚਨ ਕਿਸੇ ਹੋਰ ਚੀਜ਼ ਦੀ ਤਾਂ, ਟਾਇਲਟ ਕਲੀਨਰ ਦੀ ਤਾਂ ਐਡ ਕਰ ਸਕਦਾ, ਲੇਕਿਨ ਉਹ ਆ ਜਿਹੜੇ ਠੰਡੇ ਹੈਗੇ ਆ ਇਹਨਾਂ ਦੀ ਐਡ ਨਹੀਂ ਕਰ ਰਿਹਾ। ਸੋ ਤੁਸੀਂ ਹਾਲ ਦੇਖੋ ਕੀ ਹੋ ਗਿਆ। ਇਹ ਅਸੀਂ ਠੰਡਾ ਹੈਗਾ ਜਿਹੜਾ ਉਹ ਗਰਮ ਕੀਤਾ ਹੈ, ਕਿਉਂਕਿ ਅਸਲ ਰੰਗ ਜਿਹੜਾ ਉਹ ਗਰਮ ਕਰਨ ਤੋਂ ਬਾਅਦ ਹੀ ਕਿਸੇ ਚੀਜ਼ ਦਾ ਪਤਾ ਲੱਗਦਾ ਹੈ। ਇਹ ਦੇਖੋ ਤੁਸੀਂ, ਇਹ ਠੰਡਾ ਹੈ। ਮੈਂ ਤਾਂ ਇਹ ਹੈਰਾਨ ਆ ਡਾਕਟਰ ਸਾਹਿਬ ਦੇਖ ਕੇ। ਫਿਰ ਇਹ ਸਾਡੇ ਸਰੀਰ ਦੇ ਵਿੱਚ ਜਾ ਕੇ ਇਹ ਤਾਂ ਜੰਮ ਗਿਆ ਜੀ। ਫਿਰ ਕਹਿੰਦੇ ਨੇ ਸਾਨੂੰ ਜੀ ਕਾਰਡਿਕ ਅਰੈਸਟ ਆ ਗਿਆ, ਹਾਰਟ ਅਟੈਕ ਆ ਗਿਆ, ਸਾਨੂੰ ਸ਼ੂਗਰ ਹੋ ਗਈ, ਸਾਨੂੰ ਬੀਪੀ ਹੋ ਗਿਆ। ਇਹ ਤੇ ਸਾਰਾ ਕੁਝ ਫਿਰ ਇਹ ਕਰਨਾ ਓਏ ਹੋਏ ਹੋਏ ਇਹਦੇ ਨਾਲ ਹੀ ਹੁੰਦੇ ਆ ਜੀ। ਆ ਉਹ ਠੰਡਾ ਹੈਗਾ ਜਿਹੜਾ ਭਾਈ ਸਾਹਿਬ, ਜਦੋਂ ਤੁਸੀਂ ਐਂਟਰੀ ਕੀਤੀ ਆ, ਜਿਹੜੇ ਭਾਈ ਸਾਹਿਬ ਇੱਥੇ ਬੈਠ ਕੇ ਠੰਡਾ ਪੀ ਰਹੇ ਸੀ, ਮਠਿਆਈ ਖਾ ਰਹੇ ਸੀ, ਇਹ ਉਹ ਚੀਜ਼ ਆ ਜੀ ਜਿਸ ਚੀਜ਼ ਨੇ ਸਾਡੇ ਸਰੀਰ ਦੇ ਵਿੱਚ ਜਾ ਕੇ, ਜਦੋਂ ਅਸੀਂ 300 ml ਪੀਣਾ ਤੇ 10 ਚਮਚੇ ਸ਼ੂਗਰ ਸਾਡੇ ਸਰੀਰ ਦੇ ਵਿੱਚ ਵਧਾ ਦੇਣੀ ਆ। ਇਹ ਤਾਂ ਜੰਮ ਗਿਆ ਜੀ ਬਿਲਕੁਲ। ਜਿਹਨੇ ਸਾਡੀਆਂ ਜਿਹੜੀਆਂ ਅੰਤੜੀਆਂ ਆ ਫੜ ਲਿਆ ਜੀ। ਅੱਜ ਤੱਕ ਮੈਨੂੰ ਲੱਗਦਾ ਹੈ ਕਿ ਕਿਸੇ ਨੇ ਇਹ ਹੱਥ 'ਚ ਨਹੀਂ ਵੜਿਆ ਹੋਣਾ ਇਸ ਤਰੀਕੇ ਨਾਲ। ਇਹ ਜਿਹੜਾ ਠੰਡੇ ਨੇ, ਇਹ ਦੇਖੋ ਜਿਹੜੇ ਠੰਡੇ ਕਿਸ ਤਰੀਕੇ ਨਾਲ
ਇਹ ਗਰਮ ਕਰਨ ਤੋਂ ਬਾਅਦ ਇਹਨਾਂ ਦੇ ਹਾਲਾਤ ਕੀ ਬਣ ਗਏ? ਤੁਸੀਂ ਦੁੱਧ ਵਾਲੋ ਸਰ ਆਪਣਾ ਤੱਤ ਛੱਡਦੇ ਆ, ਸਰੀਰ ਨੂੰ ਫਾਇਦਾ ਹੁੰਦਾ। ਤੁਸੀਂ ਮੱਖਣ ਵਾਲੋ ਉਹਦੇ ਚੋਂ ਦੇਸੀ ਘਿਓ ਨਿਕਲਦਾ, ਤੁਸੀਂ ਮਲਾਈ ਵਾਲੋ ਉਹਦੇ ਵਿੱਚੋਂ ਦੇਸੀ ਘਿਓ ਨਿਕਲਦਾ, ਔਰ ਉਹ ਸਾਡੇ ਸਰੀਰ ਨੂੰ ਜਿਹੜਾ ਹੈਗਾ ਆ ਉਹ ਤਾਕਤ ਦਿੰਦੇ ਆ। ਤੇ ਆ ਜਿਹੜਾ ਠੰਡਾ ਪੀਨੇ ਆਪਾਂ, ਪ੍ਰਾਹੁਣੇ ਜਦੋਂ ਘਰ ਜਾਂਦੇ, ਗੈਸਟ ਜਾਂਦੇ ਹੈਗੇ ਆ, ਉਸ ਵੇਲੇ ਜਦੋਂ ਘਰ ਦੇ ਵਿੱਚ ਉਹ ਪਹੁੰਚ ਜਾਂਦੇ ਆ ਤੇ ਆਪਾਂ ਉਹਨਾਂ ਦੇ ਮੂਹਰੇ ਜਦੋਂ ਗਲਾਸ ਭਰ ਕੇ ਰੱਖਦੇ ਆ ਤਾਂ ਅਸੀਂ ਇੱਕ ਕਿਸਮ ਦੀ ਉਹਨਾਂ ਨੂੰ ਜ਼ਹਿਰ ਦੇ ਰਹੇ ਆ ਪੀਣੇ ਨੂੰ। ਜੇ ਅਸੀਂ ਖੁਦ ਪੀ ਰਹੇ ਆ ਤਾਂ ਅਸੀਂ ਜ਼ਹਿਰ ਪੀ ਰਹੇ ਆ। ਜਿਹਨੇ ਸਾਨੂੰ ਹਾਰਟ ਅਟੈਕ ਵੀ ਕਰਨਾ ਹੁੰਦਾ, ਕਿਡਨੀਆਂ ਦੇ ਵਿੱਚ ਇਹਨੇ ਜੰਮਣਾ ਹੁੰਦਾ ਤਾਂ ਕ੍ਰੀਏਟਿਨਾਈਨ ਵੱਧਦੇ ਆ। ਇਹ ਆਂਤੜੀਆਂ ਦੇ ਵਿੱਚ ਜੰਮਣਾ ਹੁੰਦਾ ਤਾਂ ਸਾਨੂੰ ਜਿਹੜੀਆਂ ਆਂਤੜੀਆਂ ਦੀ ਪ੍ਰੋਬਲਮ ਆਉਂਦੀ ਆ। ਜਾਣੀ ਇੱਕ ਆਪਾਂ ਗੱਲ ਕਹਿ ਸਕਦੇ ਆ, ਵੀਕਨੈਸ ਆਫ ਸਟਮਕ ਇਜ਼ ਸ਼ੂਗਰ। ਤੁਹਾਡੇ ਪੇਟ ਦੀ ਕਮਜ਼ੋਰੀ ਜਿਹੜੀ ਹੈਗੀ ਆ, ਤੁਹਾਡਾ ਡਾਈਜੈਸ਼ਨ, ਤੁਹਾਡਾ ਪਾਚਨ ਤੰਤਰ ਕਮਜ਼ੋਰ ਹੋ ਗਿਆ, ਤੁਹਾਨੂੰ ਸ਼ੂਗਰ ਹੋਣੀ ਆ। ਔਰ ਇਹਨਾਂ ਚੀਜ਼ਾਂ ਨੇ ਤੁਹਾਡਾ ਪਾਚਨ ਤੰਤਰ ਵੀ ਕਮਜ਼ੋਰ ਕਰਨਾ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ। ਡਾਕਟਰ ਸਾਹਿਬ ਮੈਂ ਤਾਂ ਜੀ ਕੰਨਾਂ ਨੂੰ ਹੱਥ ਲਾਉਣਾ ਅੱਜ। ਕਈ ਵਾਰ ਮੈਂ ਜ਼ਿਆਦਾਤਰ ਨਹੀਂ, ਪਰ ਅਗਰ ਕਈ ਵਾਰ ਕੋਈ ਆਫਰ ਕਰ ਦਿੰਦਾ ਸੀ ਤਾਂ ਮਜਬੂਰੀ ਬਸ ਉਹ ਪੀ ਲੈਂਦੇ ਸੀ। ਤੇ ਇਹ ਦੇਖੋ, ਇਹ ਜਿਹੜਾ ਅਸੀਂ ਠੰਡਾ ਫੜਿਆ ਹੋਇਆ ਹੈ ਹੱਥ ਦੇ ਵਿੱਚ, ਇਹ ਠੰਡਾ ਹੈ। ਗਰਮ ਕਰਨ ਤੋਂ ਬਾਅਦ ਇਹ ਠੰਡੇ ਦੇ ਹਾਲਾਤ ਨੇ ਜਿਹੜੇ, ਦੇਖੋ ਕੀ ਬਣ ਗਏ ਨੇ। ਔਰ ਇਹ ਠੰਡਾ ਹੈ। ਦੇਖੋ ਭਾਈ ਸਾਹਿਬ, ਜਿਹੜਾ ਠੰਡਾ ਤੁਸੀਂ ਨਾ ਬੜੇ ਚਾਅ ਨਾਲ ਪੀ ਰਹੇ ਸੀ, ਡਾਕਟਰ ਸਾਹਿਬ ਨੇ ਆ ਬਣਾਤਾ ਠੰਡੇ ਦਾ। ਕੀ ਕਹੋਗੇ? ਮੈਂ ਤਾਂ ਡਰ ਗਿਆ ਜੀ, ਮੈਨੂੰ ਤਾਂ, ਮੈਂ ਕਈ ਵਾਰ ਪੀ ਲੈਂਦਾ ਸੀ ਤੇ ਹੁਣ ਨਹੀਂ ਭਾਜੀ, ਇਹ ਤਾਂ ਲੁੱਕ ਬਣ ਗਏ। ਠੰਡਾ ਕਾ ਫੀਮ ਆ? ਨਹੀਂ ਦੇਖੋ ਵੈਸੇ ਮੈਂ ਇੱਕ ਗੱਲ ਹੋਰ ਦੱਸ ਦਿਆਂ, ਇਹ ਭਾਈ ਸਾਹਿਬ ਸ਼ੂਗਰ ਦੇ ਮਰੀਜ਼ ਨਹੀਂ ਹੈਗੇ, ਇਹ ਸਾਡੇ ਸਾਥੀ ਆ, ਸਾਡੇ ਨਾਲ ਹੀ ਹੁੰਦੇ ਆ, ਇਸ ਆਫਿਸ ਦੇ ਵਿੱਚ ਹੁੰਦੇ ਆ। ਅਸੀਂ ਸਿਰਫ ਇੱਕ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਆਂ ਸੀ ਵੀ ਇਹ ਨਹੀਂ ਪੀਣੀਆਂ ਚਾਹੀਦੀਆਂ। ਕਿਉਂਕਿ ਜੇ ਅਸੀਂ ਨਾਰਮਲ ਇਹ ਭਾਈ ਸਾਹਿਬ ਪੀ ਕੇ ਨਾ ਦਿਖਾਉਂਦੇ, ਜੇ ਇਹ ਅਸੀਂ ਇੱਥੇ ਉਬਾਲ ਕੇ ਇਹਨੂੰ ਠੰਡੇ ਨੂੰ ਗਰਮ ਕਰਕੇ ਨਾ ਦਿਖਾਉਂਦੇ ਤਾਂ ਇਹਨਾਂ ਗੱਲਾਂ ਦਾ ਯਕੀਨ ਨਹੀਂ ਆਉਣਾ ਸੀਗਾ। ਸੋ ਇਹ ਸ਼ੂਗਰ ਦੇ ਮਰੀਜ਼ ਨਹੀਂ ਹੈਗੇ, ਪਹਿਲੀ ਗੱਲ ਮੈਂ ਇਹ ਦੱਸ ਦਿਆਂ, ਸਾਡੇ ਸਾਥੀ ਆ। ਇਹ ਸਿਰਫ ਅਸੀਂ ਤੁਹਾਨੂੰ ਜਾਗਰੂਕ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਸੀਗਾ। ਦੇਖੋ ਇਹਦੇ ਵਿੱਚ 5-6 ਫਰੂਟ ਹੈ ਜਿਹੜੇ ਆਪਾਂ ਨਹੀਂ ਖਾਣੇ, ਜਿੱਦਾਂ ਅੰਬ, ਕੇਲਾ, ਲੀਚੀ, ਚੀਕੂ, ਅੰਗੂਰ, ਖਜੂਰ, ਆਪਾਂ ਇਹ ਬਿਲਕੁਲ ਨਹੀਂ ਖਾਣੇ ਹੈਗੇ। ਕੁਝ ਚੀਜ਼ਾਂ ਜਿਹੜੀਆਂ ਜ਼ਮੀਨ ਦੇ ਹੇਠਾਂ ਉੱਗਦੀਆਂ, ਜਿੱਦਾਂ ਆਲੂ ਹੋ ਗਿਆ, ਸ਼ੱਕਰਕੰਦੀ ਹੋ ਗਈ, ਇਹ ਆਪਾਂ ਜਿਹੜਾ ਹੈਗਾ ਆ ਇਹ ਬਿਲਕੁਲ ਨਹੀਂ ਖਾਣਾ ਹੁੰਦਾ ਹੈਗਾ। ਆਪਾਂ ਇਹ ਚੀਜ਼ ਵਰਤਣੀ ਨਹੀਂ ਹੈ, ਕਿਉਂਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਨੁਕਸਾਨ ਕਰੂਗੀ ਸਾਨੂੰ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਸਾਡੇ ਅੰਦਰ ਜਾ ਕੇ ਇਹਨਾਂ ਨੇ ਇੱਕਦਮ ਸ਼ੂਗਰ ਜਿਹੜੀ ਹੈਗੀ ਆ ਉਹਦਾ ਲੈਵਲ ਵਧਾਉਣਾ ਸ਼ੁਰੂ ਕਰ ਦੇਣਾ। ਇਹਨਾਂ ਤੋਂ ਪਰਹੇਜ਼ ਕਰਨਾ, ਜਾਣੀ ਕਿ ਸ਼ੂਗਰ ਹੈ ਉਹਨੂੰ ਅਗਰ ਆਪਾਂ ਕੰਟਰੋਲ ਕਰਨਾ ਤਾਂ ਤੁਹਾਡਾ ਖਾਣ ਪੀਣ ਜਿਹੜਾ ਹੈਗਾ ਆ ਉਹ ਬਿਲਕੁਲ ਉਹ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਨੁਕਸਾਨ ਨਹੀਂ ਕਰਦਾ। ਸੋ ਜਦੋਂ ਅਸੀਂ ਦਵਾਈ ਦਿੰਨੇ ਆ, ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਉਹ ਵੀ ਤੁਹਾਨੂੰ ਦੱਸਦੇ ਆ, ਕਿਹੜੀਆਂ ਚੀਜ਼ਾਂ ਤੁਸੀਂ ਵੱਧ ਖਾਣੀਆਂ ਉਹ ਵੀ ਤੁਹਾਨੂੰ ਦੱਸੀਆਂ ਜਾਂਦੀਆਂ। ਉਹਦੇ ਨਾਲ ਸਰ ਜਿਹੜੀ ਅਸੀਂ ਦਵਾਈ ਦਿੰਨੇ ਹੈਗੇ ਆ, ਦਵਾਈ ਤੁਸੀਂ ਲਓਗੇ, ਤੁਹਾਡਾ ਬਿਲਕੁਲ ਜਿਹੜੀ ਸ਼ੂਗਰ ਹੈਗੀ ਆ ਉਹ ਰਿਵਰਸ ਹੋਣੀ ਸ਼ੁਰੂ ਹੋ ਜਾਊਗੀ। ਜਿਹੜਾ ਪੈਂਕਰੀਆਜ਼ ਹੈ ਉਹ ਤੁਹਾਡਾ ਜਿਹੜਾ ਹੈਗਾ ਜੀ ਬਿਲਕੁਲ ਇੱਕਦਮ ਤੁਹਾਡਾ ਪੈਂਕਰੀਆਜ਼ ਰੀਸਟਾਰਟ ਹੋ ਜਾਏਗਾ, ਇਨਸੂਲਿਨ ਦੀ ਪ੍ਰੋਡਕਸ਼ਨ ਹੋਣੀ ਸ਼ੁਰੂ ਹੋ ਜਾਏਗੀ। ਔਰ ਤੁਸੀਂ ਜਿਹੜੀਆਂ ਗੋਲੀਆਂ ਖਾਂਦੇ ਹੋ ਉਹ ਗੋਲੀਆਂ ਜਿਹੜੀਆਂ ਤੁਹਾਡੇ ਜੀਵਨ ਦੇ ਨਾਲ ਖਿਲਵਾੜ ਕਰਦੀਆਂ, ਕਿਉਂਕਿ ਤੁਹਾਨੂੰ 10-10 ਸਾਲ ਹੋ ਗਏ ਗੋਲੀਆਂ ਖਾਂਦਿਆਂ ਨੂੰ, ਉਹਦਾ ਜਿਹੜਾ ਉਹ ਗੋਲੀਆਂ ਹੈਗੀਆਂ ਆ ਉਹ ਸਿਰਫ ਉਹਦੀ ਡੋਜ਼ ਵਧੀ ਹੈ। ਤੁਸੀਂ 250 mg ਤੋਂ ਸ਼ੁਰੂ ਕੀਤਾ, ਤੁਸੀਂ 500 mg 1000 mg ਤੁਸੀਂ ਇੱਕ ਗੋਲੀ ਤੋਂ ਸ਼ੁਰੂ ਕੀਤਾ, ਤੁਸੀਂ 2 ਗੋਲੀਆਂ, ਤੁਸੀਂ 4 ਗੋਲੀਆਂ ਤੱਕ ਪਹੁੰਚ ਗਏ, ਲੇਕਿਨ ਸਾਡੀ ਪ੍ਰੋਬਲਮ ਹੱਲ ਨਹੀਂ ਹੋਈ। ਤੇ ਅਸੀਂ ਉਹ ਤੁਹਾਡੀਆਂ ਜਿਹੜੀਆਂ ਗੋਲੀਆਂ ਆ ਉਹਨਾਂ ਤੋਂ ਤੁਹਾਡਾ ਖਹਿੜਾ ਛਡਾਉਣਾ। ਦਵਾਈ ਦੀ ਜਿਹੜੀ ਗੱਲ ਹੈਗੀ ਆ ਸਰ, ਆ ਇੱਕ ਅਸੀਂ ਹਰਬੋ ਮਿਨਰਲ ਦੇਸੀ ਜੜੀ ਬੂਟੀਆਂ ਜਿਹੜੀਆਂ ਹੈਗੀਆਂ ਆ ਉਹਦੇ ਨਾਲ ਇੱਕ ਇਹ ਦਵਾਈ ਤਿਆਰ ਕੀਤੀ ਆ। ਇਹ ਦਵਾਈ ਤੁਹਾਡੇ ਪੈਂਕਰੀਆਜ਼ ਨੂੰ ਰੀਸਟਾਰਟ ਕਰੇਗੀ, ਰੀਜਨਰੇਟ ਕਰੇਗੀ ਤੁਹਾਡੇ ਬੀਟਾ ਸੈੱਲ ਨੂੰ, ਉਹਨੂੰ ਤਾਕਤ ਦੇਗੀ, ਸਟਰੋਂਗ ਬਣਾਏਗੀ, ਔਰ ਉਹ ਪ੍ਰੋਡਕਸ਼ਨ ਜਿਹੜੀ ਹੈਗੀ ਆ ਇਨਸੂਲਿਨ ਦੀ ਦੁਬਾਰਾ ਹੋਣੀ ਸ਼ੁਰੂ ਹੋ ਜਾਣੀ ਆ। ਔਰ ਇਹਦੇ ਨਾਲ ਜਿੰਨੇ ਵੀ ਫੈਟ ਤੁਹਾਡੇ ਅਗਨਾਸ਼ਯ ਤੇ ਪੈਂਕਰੀਆਜ਼ ਤੇ ਬੀਟਾ ਸੈੱਲ ਦੇ ਦੁਆਲੇ ਜਿੰਨੇ ਫੈਟੀ ਸੈੱਲ ਜਿਹੜੇ ਹੈਗੇ ਆ ਇਕੱਠੇ ਹੋ ਗਏ, ਉਹਨਾਂ ਫੈਟੀ ਸੈੱਲ ਨੂੰ ਖਤਮ ਕਰਕੇ ਤੁਹਾਡੀ ਫੈਟ ਜਿਹੜੀ ਹੈਗੀ ਆ ਬੋਡੀ ਦੀ ਉਹਨੂੰ ਖਤਮ ਕਰਨਾ ਸ਼ੁਰੂ ਕਰ ਦੇਣਾ। ਔਰ ਨਾਲ ਜਿਹੜਾ ਹੈਗਾ ਤੁਹਾਡੇ ਪੈਂਕਰੀਆਜ਼ ਦੇ ਉੱਤੇ ਜਿਹੜੀ ਫੈਟ ਜੰਮੀ ਆ ਉਹਨੂੰ ਇਹਨੇ ਖਤਮ ਕਰਨਾ ਸ਼ੁਰੂ ਕਰ ਦੇਣਾ, ਔਰ ਤੁਹਾਡਾ ਅਗਨਾਸ਼ਯ ਬਿਲਕੁਲ ਨਾਰਮਲ ਹੋ ਜਾਏਗਾ। ਔਰ ਇਹਨੇ ਤੁਹਾਡੇ ਪਾਚਨ ਤੰਤਰ ਨੂੰ ਬਿਲਕੁਲ ਦਰੁਸਤ ਕਰਨਾ ਸ਼ੁਰੂ ਕਰ ਦੇਣਾ, ਕਿਉਂਕਿ ਜੇ ਤੁਹਾਨੂੰ ਡਾਈਜੈਸਟ ਹੋਏਗੀ ਕੋਈ ਚੀਜ਼ ਖਾਧੀ ਹੋ ਤਾਂ ਹੀ ਉਹਦੇ ਵਿੱਚੋਂ ਗਲੂਕੋਜ਼ એનર્ਜੀ ਜੋ ਵੀ ਨਿਕਲਣਾ ਉਹ ਨਿਕਲੇਗਾ। ਕਿਉਂਕਿ ਜਦੋਂ ਤੁਹਾਡਾ ਡਾਈਜੈਸਟ ਖਤਮ ਹੁੰਦਾ, ਡਾਈਜੈਸਟ ਸਿਸਟਮ ਜਿਹੜਾ ਹੈਗਾ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ, ਉਸੇ ਵੇਲੇ ਪ੍ਰੋਬਲਮਾਂ ਦੀ ਜੜ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜਿਹੜਾ ਆਪਾਂ ਖਾਣਾ ਖਾਂਦੇ ਆ,
ਖਾਣਾ ਉਹਨੂੰ ਦੋ ਭਾਗਾਂ 'ਚ ਵੰਡ ਲਓ ਤੁਸੀਂ। ਜਿਹੜਾ ਆਪਾਂ ਖਾਣਾ ਖਾਂਦੇ, ਜਿਹੜਾ ਸਾਨੂੰ ਪ੍ਰੋਪਰ ਹਜ਼ਮ ਹੋ ਗਿਆ, ਪਚ ਗਿਆ ਸਾਨੂੰ ਖਾਣਾ, ਉਹਦੇ ਵਿੱਚੋਂ ਸਰ ਰਸ, ਰਕਤ, ਮਾਸ, ਮੇਦ, ਅਸਥੀ, ਮੱਝਾ, ਸ਼ੁਕਰ, ਜਿਹੜੀਆਂ ਸਾਡੇ ਸਰੀਰ ਨੂੰ ਧਾਤੂਆਂ ਚਾਹੀਦੀਆਂ ਉਹ ਨਿਕਲਦੀਆਂ। ਜਿਹੜਾ ਖਾਣਾ ਸਾਨੂੰ ਨਹੀਂ ਡਾਈਜੈਸਟ ਹੁੰਦਾ, ਨਹੀਂ ਪਚਦਾ, ਉਹਦੇ ਵਿੱਚੋਂ ਸਰ ਆਮ ਰਸ ਨਿਕਲਦਾ। ਆਮ ਰਸ ਹੁੰਦਾ ਐਸਿਡ। ਉਸ ਐਸਿਡ ਨੇ ਤੁਹਾਡੀ ਸ਼ੂਗਰ ਬਣਾਉਣੀ ਆ, ਉਸ ਐਸਿਡ ਨੇ ਤੁਹਾਡਾ TG ਵੀ ਵਧਾਉਣਾ, ਤੁਹਾਡਾ ਕੋਲੈਸਟਰੋਲ ਵੀ ਵਧਾਉਣਾ ਹੈਗਾ, ਯੂਰਿਕ ਐਸਿਡ ਵੀ ਵਧਾਉਣਾ ਹੈਗਾ ਉਸ ਐਸਿਡ ਨੇ। ਮੰਨ ਲਓ ਇਸ ਦਵਾਈ ਨੇ ਤੁਹਾਡਾ ਪਾਚਨ ਤੰਤਰ ਆ ਜਿਹੜਾ ਉਹਨੂੰ ਵੀ ਦਰੁਸਤ ਕਰਨਾ, ਤਾਂ ਕਿ ਤੁਹਾਡੇ ਸਰੀਰ ਦੇ ਵਿੱਚੋਂ ਜਿਹੜਾ ਆਮ ਰਸ ਆ ਉਹਦੀ ਮਾਤਰਾ ਬਿਲਕੁਲ ਘਟ ਜਾਏ, ਔਰ ਜਿਹੜੇ ਰਸ ਨਿਕਲਦੇ ਆ, ਜਿੰਨੀਆਂ ਮਗਰ ਧਾਤੂਆਂ ਸਾਡੇ ਸਰੀਰ ਦੀਆਂ 7 ਹੈਗੀਆਂ ਆ, ਉਹ ਪ੍ਰੋਪਰ ਨਿਕਲਣੀਆਂ ਸ਼ੁਰੂ ਹੋਣ ਖਾਣੇ ਦੇ ਵਿੱਚੋਂ। ਤੁਸੀਂ ਜਿਹੜਾ ਖਾਣਾ ਖਾ ਰਹੇ ਹੋ ਉਹਦੇ ਵਿੱਚੋਂ ਤੁਹਾਨੂੰ ਪੌਸ਼ਟਿਕ ਤੱਤ ਮਿਲਣ, ਔਰ ਉਹ ਤੁਹਾਡੀ ਜਿਹੜੀ ਹੈਗੀ ਆ ਤੰਦਰੁਸਤੀ ਬਰਕਰਾਰ ਹੋਵੇ। ਹਾਂ, ਲੇਕਿਨ ਇਸ ਦਵਾਈ ਦੀ ਮੈਂ ਇੱਕ ਗੱਲ ਜ਼ਰੂਰ ਦੱਸਦਾ ਵੀ ਦਵਾਈ ਖਾਣ ਦੇ ਵਿੱਚ ਕੌੜੀ ਬਹੁਤ ਆ ਇਹ ਦਵਾਈ ਆ। ਕਿਉਂਕਿ ਦੇਖੋ ਬਰਫੀ ਜਿਹੜੀ ਆ ਉਹਨੇ ਸਾਨੂੰ ਬਿਮਾਰ ਕਰਨਾ, ਰਸਗੁੱਲੇ, ਮਿੱਠੀਆਂ ਚੀਜ਼ਾਂ ਨੇ ਸਾਨੂੰ ਬਿਮਾਰ ਕਰਨਾ, ਲੇਕਿਨ ਇਹ ਜਿਹੜੀ ਦਵਾਈ ਆ, ਇਹ ਦਵਾਈ ਦੇਸੀ ਜੜੀ ਬੂਟੀਆਂ ਦੀ, ਜਿਹੜਾ ਕੁਦਰਤ ਦਾ ਨਾਯਾਬ ਖਜ਼ਾਨਾ ਆ, ਉਹਦੇ ਵਿੱਚੋਂ ਲਈਆਂ ਗਈਆਂ। ਇਹਦੇ ਵਿੱਚ ਜੜੀ ਬੂਟੀਆਂ ਦੇ ਅਰਕ ਪਾਏ ਹੋਏ ਆ, ਜਿਹਨੇ ਤੁਹਾਡੀ ਸ਼ੂਗਰ ਨੂੰ ਰਿਵਰਸ ਕਰ ਦੇਣਾ ਹੈਗਾ, ਔਰ ਬਿਲਕੁਲ ਤੁਹਾਡੀ, ਤੁਸੀਂ ਸਾਡੇ ਮੁਤਾਬਕ ਚੱਲੋਗੇ, ਸਾਡੇ ਮੁਤਾਬਕ ਆਪਣਾ ਦਿਨਚਰਿਆ ਕਰੋਗੇ, ਤੁਸੀਂ ਖਾਣ ਪੀਣ ਸੈੱਟ ਕਰ ਲਿਆ। ਇੱਕ ਗੱਲ ਹੋਰ, ਸਾਡੇ ਕੋਲ ਉਹੀ ਲੋਕ ਆਉਣ ਜਿਹੜੇ ਠੀਕ ਹੋਣਾ ਚਾਹੁੰਦੇ ਆ, ਜਿਹੜੇ ਟਾਈਮ ਪਾਸ ਕਰਨਾ ਚਾਹੁੰਦੇ, ਪਹਾੜੇ ਤੇ ਲੱਗਣਾ ਚਾਹੁੰਦੇ ਆ, ਅਸੀਂ ਦਵਾਈ ਵੀ ਖਾ ਰਹੇ ਹਾਂ, ਗੋਲੀ ਵੀ ਖਾ ਰਹੇ ਹਾਂ, ਠੰਡੇ ਵੀ ਪੀ ਰਹੇ ਹਾਂ, ਬਰਫੀਆਂ ਵੀ ਖਾ ਰਹੇ, ਉਹ ਨਾ ਆਉਣ ਸਾਡੇ ਕੋਲ, ਠੀਕ ਹੈ, ਕਿਉਂਕਿ ਉਹਨਾਂ ਨੇ ਠੀਕ ਨਹੀਂ ਹੋਣਾ ਹੈ। ਅਦਰਵਾਈਜ਼ ਅਸੀਂ ਇਸੇ ਪਾਊਡਰ ਨੂੰ ਕੈਪਸੂਲਾਂ ਦੇ ਵਿੱਚ ਭਰ ਦਿੱਤਾ ਹੈਗਾ, ਉਹ ਕੈਪਸੂਲ ਜਿਹੜੇ ਆਸਾਨੀ ਨਾਲ ਖਾਧੇ ਜਾ ਸਕਦੇ ਆ। ਅੱਛਾ ਡਾਕਟਰ ਸਾਹਿਬ, ਜੇਕਰ ਤੁਹਾਨੂੰ ਮਿਲਣਾ ਹੋਵੇ ਤੁਸੀਂ ਕਿਸ ਵੇਲੇ ਮਿਲਦੇ ਹੋ ਫਗਵਾੜੇ ਦੇ ਵਿੱਚ, ਔਰ ਕਿੱਥੇ ਬੈਠੇ ਹੋ? ਸਰ ਫਗਵਾੜੇ ਦੇ ਵਿੱਚ ਸਾਡਾ ਗ੍ਰੇਟ ਪਾਥ ਆਯੁਰਵੇਦਾ ਹੈ ਜੀ। ਲੁਧਿਆਣਾ ਔਰ ਜਲੰਧਰ ਦੇ ਵਿਚਕਾਰ ਇਹ ਸ਼ਹਿਰ ਪੈਂਦਾ ਹੈ ਜੀ ਫਗਵਾੜਾ, ਬਿਲਕੁਲ ਨੈਸ਼ਨਲ ਹਾਈਵੇ ਤੇ ਆ, ਦਿੱਲੀ ਤੋਂ ਅੰਮ੍ਰਿਤਸਰ ਵਾਲਾ ਜਿਹੜਾ ਰੋਡ ਹੈਗਾ। ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਇੱਕ ਖੇੜਾ ਰੋਡ ਹੈ ਜੀ। ਬੱਸ ਸਟੈਂਡ ਤੋਂ ਜਦੋਂ ਆਪਾਂ ਲੁਧਿਆਣੇ ਵਾਲੇ ਪਾਸੇ ਨੂੰ ਜਾਂਦੇ ਆ, ਉੱਥੇ ਬੰਗਾ ਚੌਂਕ ਹੈ, ਗੋਲ ਚੌਂਕ, ਉੱਥੋਂ ਰਾਸਤਾ ਜਾਂਦਾ ਹੈ ਜੀ ਖੇੜੇ ਪਿੰਡ ਨੂੰ, ਬੜਾ ਮਸ਼ਹੂਰ ਆ। ਪੁਰਾਣਾ ਫਗਵਾੜਾ ਜਿਹੜਾ ਆ ਉਹ ਸਾਰਾ ਖੇੜਾ ਰੋਡ ਤੇ ਹੀ ਸੀਗਾ, ਤੇ ਖੇੜਾ ਰੋਡ ਤੇ ਅਸੀਂ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਜੀ ਉਹਦੇ ਬਿਲਕੁਲ ਨਾਲ ਬੈਠੇ ਹਾਂ ਜੀ। ਗੁਰਦੁਆਰਾ ਸਾਹਿਬ ਕ੍ਰਾਸ ਨਹੀਂ ਕਰਨਾ ਹੈ, ਉਸ ਤੋਂ ਪਹਿਲਾਂ ਹੀ ਅਸੀਂ ਹੈਗੇ ਹਾਂ ਗ੍ਰੇਟ ਪਾਥ ਆਯੁਰਵੇਦਾ। ਸਵੇਰੇ 9 ਵਜੇ ਤੋਂ ਸ਼ਾਮ 5:30 ਵਜੇ ਤੱਕ ਅਸੀਂ ਰੋਜ਼ਾਨਾ ਮਿਲਦੇ ਹਾਂ ਜੀ, ਕੋਈ ਛੁੱਟੀ ਨਹੀਂ ਹੁੰਦੀ। ਤੁਸੀਂ ਕਾਲ ਵੀ ਕਰ ਸਕਦੇ ਹੋ 70870 76592 95786 98000, ਇਹ ਸਾਡੇ ਫੋਨ ਨੰਬਰ ਹੈਗੇ ਆ। ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ, ਤੇ ਤੁਸੀਂ ਸਾਡੇ ਕੋਲ ਆ ਵੀ ਸਕਦੇ ਹੋ। ਤੁਹਾਨੂੰ ਪ੍ਰੋਪਰ ਡਾਈਟ ਚਾਰਟ ਦੇ ਕੇ ਕੀ ਖਾਣਾ ਕੀ ਨਹੀਂ ਖਾਣਾ, ਤੇ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵੀ ਤੁਹਾਡੀ ਟਾਈਪ 2 ਸ਼ੂਗਰ ਜਿਹੜੀ ਹੈਗੀ ਆ ਉਹਨੂੰ ਜੜ ਤੋਂ ਖਤਮ ਕਰ ਦੇ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਵੈਦ ਸੰਜੀਵ ਜੀ, ਜਿਨ੍ਹਾਂ ਨੇ ਅੱਜ ਲਾਈਵ ਐਕਸਪੈਰੀਮੈਂਟ ਕਰਕੇ ਦਿਖਾਇਆ ਹੈ ਕਿ ਜਿਹੜੇ ਲੋਕ ਕੋਕ ਦੇ ਸ਼ੌਕੀਨ ਨੇ, ਇਹ ਦੇਖੋ ਠੰਡੇ ਦੇ ਸ਼ੌਕੀਨ ਨੇ, ਇਹ ਠੰਡੇ ਵਾਲਿਆਂ ਦੇ ਹਾਲ ਦੇਖੋ, ਇਹ ਭੱਜਿਆ ਫਿਰਦਾ ਠੰਡਾ, ਦੇਖੋ ਤੁਸੀਂ ਕਿਸ ਤਰੀਕੇ ਨਾਲ। ਇਹ ਹੁਣ ਤੁਹਾਡੇ ਤੇ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੀ ਸ਼ੂਗਰ ਨੂੰ, ਆਪਣੀ ਡਾਇਬੀਟੀਜ਼ ਨੂੰ ਕਿਵੇਂ ਠੀਕ ਕਰਨਾ ਹੈ, ਕਿਸ ਤਰੀਕੇ ਨਾਲ ਠੀਕ ਕਰਨਾ, ਗੋਲੀਆਂ ਖਾ ਕੇ ਠੀਕ ਕਰਨਾ ਹੈ, ਜਾਂ ਫਿਰ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਆਪਣੀ ਸ਼ੂਗਰ ਨੂੰ ਰਿਵਰਸਲ ਕਰਨਾ ਹੈ। ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਵੀ ਨੇ ਗ੍ਰੇਟ ਪਾਥ ਆਯੁਰਵੇਦਾ ਦੇ ਦਿੱਤੇ ਨੇ, ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦੇ ਸਵਾਲ, ਆਪਣੇ ਮਨ ਦੀ ਸ਼ੰਕਾ ਹੈ ਜਿਹੜੀ ਉਹ ਦੂਰ ਕਰ ਸਕਦੇ ਹੋ। ਧੰਨਵਾਦ।